उन्होंने अपने परिवारक मैंबरां नाल गल करके और निराशा दे विच ये गल कही भी हो सकदा ये अपनी आखिरी फतेह है। फौजी दे कोल हथियार है नहीं तो बॉर्डर ते लड़ाई किदां लड़ूगा। और मेरा ख्याल ये गल तो सब तो वध कैप्टन अमरिंदर सिंह नूं समझनी चाहिए सी, क्योंकि आप फौजी रहे हैं भी जिहड़े करोना दे नाल पेशेंट जिन्हां दी मौत हुई आ उन्हां दे परिवारां दी चीज़ सुन के देखो, ਇਹਦਾ मतलब कानून ਜਿਹੜਾ ਹੈਗਾ ਦੋ ਤਰੀਕੇ ਨਾਲ ਕੰਮ ਕਰ ਰਿਹਾ। ਇੱਕ ਵਾਸਤੇ ਹੋ ਰਿਹਾ, ਦੂਜੇ ਵਾਸਤੇ ਉਹਨਾਂ ਪੈਕਟਾਂ ਦੇ ਨਾਲ ਹਰ ਮਹੱਲੇ, ਹਰ ਵਾਰਡ, ਹਰ ਪਿੰਡ ਦੇ ਵਿੱਚ ਕਲੇਸ਼ ਪਿਆ। ਸਾਡੇ ਇੱਕ 5 ਰੁਪਏ ਵਾਲੀ ਸਾਬਣ ਦੀ ਟਿੱਕੀ ਵਿੱਚ ਇੱਕ ਤੀਲਾਂ ਦੀ ਡੱਬੀ ਪਾਈ ਹੋਈ ਆ ਜੀ। ਅਸੀਂ ਤਾਂ ਇੱਥੇ ਵੰਡਣੇ ਨਹੀਂ ਦੇਣੀ ਜਿੱਥੇ ਇਹ ਕਹਿ ਰਹੇ। ਇਹਦਾ मतलब ਇਹ ਆ ਵੀ ਉਹ ਜੇ ਕਾਂਗਰਸ ਪਾਰਟੀ ਦੇ ਨਾਲ ਨਹੀਂ ਚੱਲਦੇ ਤਾਂ ਇਹਦਾ मतलब ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ, ਉਹਨਾਂ ਦੇ ਢਿੱਡ ਨਹੀਂ ਲੱਗਾ, ਉਹਨਾਂ ਦਾ ਟੱਬਰ ਨਹੀਂ ਹੈਗਾ, ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਇਹ ਮੇਅਰ ਖੋਸਲਾ ਜੀ ਦੇ ਨਾਲ ਜੋ ਹੋਇਆ ਨਾ ਉਹ ਬਿਲਕੁਲ ਨਜਾਇਜ਼ ਹੋਇਆ। ਮੈਂ ਇਹ ਗੱਲ ਕਹੂੰਗਾ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਉਦੋਂ ਉਹਨਾਂ ਨੇ ਵੀ ਚੰਮਦੀਆਂ ਚਲਾਈਆਂ ਤੇ ਹੁਣ ਉਹਨਾਂ ਨੂੰ ਲੱਗਦਾ ਵੀ ਹੁਣ ਸਾਡੀ ਵਾਰੀ ਆ ਗਈ ਆ। ਤੁਹਾਡੇ ਕੋਲ ਬਿਮਾਰੀ ਨਾਲ ਲੜਨ ਲਈ ਪ੍ਰਬੰਧ ਕੋਈ ਨਹੀਂ ਹੈਗਾ, ਉਹ ਪੁੱਠੀਆਂ ਸਿੱਧੀਆਂ ਤੁਸੀਂ ਸਕੀਮਾਂ ਲੋਕਾਂ ਨੂੰ ਦੱਸਣ ਡਏ ਹੋ ਆ, ਤਾਂ ਫਿਰ ਦੇਸ਼ ਕਿੱਧਰਲੇ ਪਾਸੇ ਨੂੰ ਜਾਏਗਾ। ਕਰੋਨਾ ਤੋਂ ਜਿਹੜਾ ਛੁਟਕਾਰਾ ਆ, ਕਰੋਨਾ ਦਾ ਇਲਾਜ ਜਿਹੜਾ ਆ ਉਹ ਡਾਕਟਰਸ ਦੇ ਨਾਲ ਹੋਣਾ, ਡਾਕਟਰ ਨੂੰ ਦਿੱਤੇ ਹੋਏ ਸਮਾਨ ਦੇ ਨਾਲ ਹੋਣਾ, ਨਾ ਕਿ ਜਕਾਰੇ ਲਾਉਣ ਨਾਲ, ਨਾ ਤਾੜੀਆਂ ਨਾ ਥਾਲੀਆਂ। ਵੀ ਲਵਲੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਕਰੋਨਾ ਦਾ ਕੇਸ ਜਿਹੜਾ ਆ ਪੋਜ਼ਿਟਿਵ ਪਾਇਆ ਗਿਆ, ਔਰ ਪੋਜ਼ਿਟਿਵ ਜਿਹੜਾ ਕੇਸ ਪਾਇਆ ਗਿਆ ਉਹਦੀ ਉਹਨਾਂ ਨੇ ਜਾਣਕਾਰੀ ਲੁਕੋ ਕੇ ਮਿੱਲ ਹੈਗੀ ਆ ਜਿੱਥੇ ਸ਼ਰਾਬ ਬਣਦੀ ਆ, ਉਹ ਮਿੱਲ ਜਿਹੜੀ ਆ ਉਹ ਸ਼ਰੇਆਮ ਚੱਲ ਰਹੀ ਆ, ਔਰ ਉੱਥੇ ਰੋਜ਼ ਜਿਹੜਾ ਹੈਗਾ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਅੰਦਰ ਜਾ ਰਿਹਾ ਔਰ ਬਾਹਰ ਆ ਰਿਹਾ। ਔਰ ਉਹ ਪੰਜਾਬ ਦੀ ਪੁਲਿਸ ਜਿਹੜੀ 42 ਕਿਲੋ ਦਾ ਚਲਾਨ ਪੇਸ਼ ਕਰਦੀ ਆ ਬਈ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਔਰ ਉਹੀ ਪੰਜਾਬ ਪੁਲਿਸ ਜਿਹੜੀ ਆ 2 ਪੇਜਾਂ ਦੇ ਉੱਤੇ ਕੋਰਟ 'ਚ ਇਹ ਕਹਿੰਦੀ ਵੀ ਇਹਨੂੰ ਕਲੋਜ਼ ਕਰ ਦਿੱਤਾ ਜਾਵੇ। ਜੇ ਪੰਜਾਬ ਪੁਲਿਸ ਜਿੱਥੇ ਚੰਗਾ ਕੰਮ ਕਰਦੀ ਆ ਅਸੀਂ ਉਹਦੀ ਪ੍ਰਸ਼ੰਸਾ ਵੀ ਕਰਦੇ ਹਾਂ। ਜਿੱਥੇ ਪੰਜਾਬ ਪੁਲਿਸ ਨੇ, ਮੈਂ ਲੋਹਗੜ੍ਹ ਦੇ ਵਿੱਚ ਜਿਹੜਾ ਧਰਮਕੋਟ ਦੇ ਵਿੱਚ ਕਾਂਡ ਹੋਇਆ ਜਿੱਥੇ ਰਾਤ ਨੂੰ ਬੱਚੇ ਨੂੰ 1:30 ਵਜੇ ਇੱਕ ਔਰਤ ਨੇ ਜਨਮ ਦਿੱਤਾ, ਮੈਂ ਉੱਥੇ 2 ਪੁਲਿਸ ਮੁਲਾਜ਼ਮਾਂ ਨੂੰ ਸੈਲਿਊਟ ਕਰਦਾ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਉਸ ਔਰਤ ਦੀ ਉਸ ਮੌਕੇ ਤੇ ਹੈਲਪ ਕੀਤੀ ਜਦੋਂ ਡਾਕਟਰਾਂ ਨੇ ਗੇਟ ਬੰਦ ਕਰ ਲਿਆ। ਜੈ ਗੁਰਦੇਵ ਜੈ ਭੀਮ। ਕਾਂਚੀ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਇਸ ਸਮੇਂ ਦੁਨੀਆ ਭਰ ਵਿੱਚ ਕਰੋਨਾ ਨਾਮਕ ਮਹਾਮਾਰੀ ਨੇ ਥਰਤੱਲੀ ਮਚਾ ਕੇ ਰੱਖੀ ਹੋਈ ਹੈ ਅਤੇ ਸਰਕਾਰਾਂ ਤੋਂ ਲੈ ਕੇ ਛੋਟੇ ਤੋਂ ਛੋਟੇ ਵਰਗ ਦਾ ਇਨਸਾਨ ਵੀ ਇਸ ਦੀ ਜੋ ਲਪੇਟ ਵਿੱਚ ਆ ਚੁੱਕਾ ਹੈ। ਅਤੇ ਜੇਕਰ ਗੱਲ ਕਰੀਏ ਕਰੋਨਾ ਮਹਾਮਾਰੀ ਨਾਲ ਲੜਾਈ ਆ ਸਰਕਾਰਾਂ ਵੱਲੋਂ ਲਗਾਤਾਰ ਜਾਰੀ ਹੈ ਤੇ ਸਰਕਾਰਾਂ ਵੱਲੋਂ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਸੋ ਇਹਨਾਂ ਦਾਅਵਿਆਂ ਬਾਰੇ ਜੋ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਲੋਕਾਂ ਲਈ ਸਹੂਲਤਾਂ ਲਈ, ਉਸ ਬਾਰੇ ਗੱਲ ਕਰਨ ਲਈ ਸਾਡੇ ਸਟੂਡੀਓ ਅੱਜ ਇੱਥੇ ਪਹੁੰਚੇ ਨੇ ਲੋਕ ਇਨਸਾਫ ਪਾਰਟੀ ਫਗਵਾੜਾ ਤੋਂ ਆਗੂ ਜਰਨੈਲ ਨੰਗਲ ਜੀ। ਆਓ ਉਹਨਾਂ ਨਾਲ ਗੱਲਬਾਤ ਦੀ ਕਰਦੇ ਹਾਂ ਸ਼ੁਰੂਆਤ। ਸਰ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ, ਪੂਰੀ ਕਾਂਚੀ ਟੀਵੀ ਦੀ ਟੀਮ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਲਈ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਹੈ। ਸਰ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਨਾਮਕ ਮਹਾਮਾਰੀ ਨਾਲ ਲੜਾਈ ਜਿਹੜੀ ਸਰਕਾਰਾਂ ਵੱਲੋਂ ਲਗਾਤਾਰ ਜਾਰੀ ਹੈ ਤੇ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਜੋ ਲੜਾਈ ਹੈ ਉਹਦੇ ਵਿੱਚ ਉਹ ਜਿੱਥੋਂ ਤੱਕ ਆਪਣਾ ਜੋ ਵੀ ਸਹੂਲਤ ਮੁਹੱਈਆ ਕਰਵਾ ਰਹੇ ਹਨ ਲੋਕਾਂ ਤੱਕ ਉਹ ਪੂਰੀ ਤਰ੍ਹਾਂ ਪਹੁੰਚ ਰਹੀ ਹੈ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪਿਕਚਰ ਤਾਂ ਕਲੀਅਰ ਹੈ। ਜੇ ਕਰੋਨਾ ਮਹਾਮਾਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੇ ਕਰੋਨਾ ਪੋਜ਼ਿਟਿਵ ਕੇਸ ਆਏ ਆ, ਚਲੋ ਮੈਂ ਜ਼ਿਆਦਾ ਕਿਸੇ ਬਹੁਤ ਡਿਟੇਲ ਦੇ ਵਿੱਚ ਵੀ ਨਾ ਜਾਵਾਂ, ਜਿੰਨੀਆਂ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਘਟਨਾ ਘਟੀ ਸੀ ਉਹ ਸੀ ਅੰਮ੍ਰਿਤਸਰ ਦੇ ਵਿੱਚ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਦੂਏ ਦਿਨ 2 ਤਰੀਕ ਨੂੰ ਮੌਤ ਹੋ ਗਈ। ਔਰ ਉਹ ਮਾਮਲਾ ਇੰਨਾ ਹਾਈਲਾਈਟ ਹੋਇਆ ਵੀ ਜਿਹਦੇ ਕਰਕੇ ਉਹ ਕਿਉਂਕਿ ਉਹਨਾਂ ਦੇ ਸੰਸਕਾਰ ਦੇ ਵਿੱਚ ਕਾਫੀ ਵਿਘਨ ਪਿਆ, ਵੇਰਕਾ ਪਿੰਡ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ। ਲੇਕਿਨ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਜਿਹੜੀ ਆਡੀਓ ਵਾਇਰਲ ਹੋਈ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਮੇਰਾ ਇੱਥੇ ਕੋਈ ਟ੍ਰੀਟਮੈਂਟ ਨਹੀਂ ਚੱਲ ਰਿਹਾ। ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਕੇ ਔਰ ਨਿਰਾਸ਼ਾ ਦੇ ਵਿੱਚ ਇਹ ਗੱਲ ਕਹੀ ਵੀ ਹੋ ਸਕਦਾ ਇਹ ਆਪਣੀ ਆਖਰੀ ਫਤਿਹ ਹੋਵੇ। ਇਹ ਬੜੀ ਵੱਡੀ ਗੱਲ ਸੀਗੀ। ਔਰ ਇੱਕ ਆਡੀਓ ਹੁਣ ਵਾਇਰਲ ਹੋ ਰਹੀ ਹੈ ਔਰ ਉਹ ਹੈਗੀ ਹੈ ਜਿਹੜੇ ਆਪਣੇ ਨਾਇਬ ਤਹਿਸੀਲਦਾਰ ਇੱਥੇ ਲੁਧਿਆਣੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੀ ਬੇਟੀ ਇਹ ਗੱਲ ਕਹਿ ਰਹੀ ਹੈ ਵੀ ਜਿਹੜੀ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਪ੍ਰੋਪਰ ਟ੍ਰੀਟਮੈਂਟ ਨਹੀਂ ਚੱਲ ਰਿਹਾ। ਇਹਦਾ ਮਤਲਬ ਇਹ ਆ ਵੀ ਸਰਕਾਰ ਦੇ ਜਿਹੜੇ ਇਸ ਬਿਮਾਰੀ ਨਾਲ ਲੜਨ ਦੇ ਇਲਾਜ ਦੇ ਪ੍ਰਬੰਧ ਜਿਹੜੇ ਆ ਉਹ ਓਡੇ ਪੁਖਤਾ ਨਹੀਂ ਹੈਗੇ। ਹਾਲਾਂਕਿ ਇਸ ਬਿਮਾਰੀ ਦੀ ਕੋਈ ਦਵਾਈ ਤਾਂ ਨਹੀਂ ਬਣੀ ਹਜੇ ਤੱਕ, ਲੇਕਿਨ ਡਾਕਟਰਸ ਜਿਹੜੇ ਹੈਗੇ ਆ ਉਹ ਮਰੀਜ਼ ਕੋਲ ਜਾਣ ਤੋਂ ਘਬਰਾ ਰਹੇ ਆ, ਡਰ ਰਹੇ ਆ। ਇਹਦੇ ਵਿੱਚ 2 ਕਾਰਨ ਹੋ ਸਕਦੇ ਆ। ਪਹਿਲਾ ਕਾਰਨ ਵੱਡਾ
ਕਿ ਬਿਮਾਰੀ ਦੀ ਹਜੇ ਤੱਕ ਦਵਾਈ ਕੋਈ ਨਹੀਂ, ਇਹ ਇੱਕ ਕਾਰਨ ਹੋ ਸਕਦਾ। ਦੂਜਾ ਕਾਰਨ ਇੱਕ ਵੱਡਾ ਇਹ ਵੀ ਹੈਗਾ ਕਿ ਡਾਕਟਰਸ ਦੇ ਕੋਲ ਪੀਪੀ ਕਿੱਟਸ ਹੈ ਨਹੀਂ, ਜਿਹੜੇ ਨਰਸਿੰਗ ਸਟਾਫ ਹੈਗਾ ਉਹਨਾਂ ਦੇ ਕੋਲ ਆਪਣੀ ਪ੍ਰੋਟੈਕਸ਼ਨ ਵਾਸਤੇ ਕਿੱਟ ਹੈ ਨਹੀਂ। ਅਕਸਰ ਨੂੰ ਉਹ ਵੀ ਪਰਿਵਾਰ ਵਾਲੇ ਆ, ਉਹਨਾਂ ਵਿੱਚ ਵੀ ਜਾਣ ਆ, ਉਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਜਾਣਾ, ਕਿਤੇ ਨਾ ਕਿਤੇ ਡਰ ਵਾਲਾ ਮਾਹੌਲ ਹੈ। ਇਹਦਾ ਮਤਲਬ ਜਦੋਂ ਹਥਿਆਰ ਹੀ ਹੈ ਨਹੀਂ, ਫੌਜੀ ਦੇ ਕੋਲ ਹਥਿਆਰ ਹੈ ਨਹੀਂ, ਤਾਂ ਬਾਰਡਰ ਤੇ ਲੜਾਈ ਕਿੱਦਾਂ ਲੜੂਗਾ। ਔਰ ਮੇਰਾ ਖਿਆਲ ਇਹ ਗੱਲ ਤਾਂ ਸਭ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਣੀ ਚਾਹੀਦੀ ਸੀ, ਕਿਉਂਕਿ ਆਪ ਫੌਜੀ ਰਹੇ ਆ, ਤਾਂ ਉਹਨਾਂ ਨੂੰ ਤਾਂ ਸਮਝਣੀ ਚਾਹੀਦੀ ਸੀ ਹਥਿਆਰਾਂ ਤੋਂ ਬਿਨਾ ਜਿਹੜਾ ਹੈਗਾ ਉਹ ਕਿੱਦਾਂ ਲੜਾਈ ਲੜੀ ਜਾ ਸਕਦੀ ਹੈ। ਤਾਂ ਹਥਿਆਰ ਹੈ ਨਹੀਂ, ਹਥਿਆਰਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਪ੍ਰੋਵਾਈਡ ਨਹੀਂ ਕਰਵਾਇਆ। ਔਰ ਇਹ ਤੋਂ ਵੀ ਵੱਡੀ ਗੱਲ ਇਹ ਵੀ ਜਿਹੜਾ ਆਪਾਂ ਕਹਿ ਰਹੇ ਹਾਂ ਵੀ ਕਰੋਨਾ ਵਾਇਰਸ ਦੇ ਨਾਲ ਲੜਾਈ ਲੜਨ ਦੇ ਵਿੱਚ ਆਪਾਂ ਸਰਕਾਰਾਂ ਦੇ ਪ੍ਰਬੰਧ ਜਿਹੜੇ ਹੈਗੇ ਆ, ਮੈਂ ਅੱਜ ਦੇ ਮੌਕੇ ਤੇ ਵੈਸੇ ਗੱਲ ਕਹਿਣੀ ਨਹੀਂ ਚਾਹੁੰਦਾ, ਲੇਕਿਨ ਮੈਨੂੰ ਹੈਰਾਨਗੀ ਇਸ ਗੱਲ ਦੀ ਹੋ ਰਹੀ ਹੈ ਵੀ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਨਰਿੰਦਰ ਮੋਦੀ ਜੀ ਨੇ ਸਾਨੂੰ 2 ਸਲੂਫੇ ਛੱਡੇ। ਪਹਿਲਾ ਸਲੂਫਾ ਉਹਨਾਂ ਨੇ ਛੱਡਿਆ ਬਈ ਤੁਸੀਂ ਜੀ ਸ਼ਾਮ ਨੂੰ 5 ਵਜੇ ਘਰਾਂ ਦੇ ਵਿੱਚ ਖੜ ਕੇ ਆਪਣੀਆਂ ਬਾਲਕੋਨੀਆਂ ਦੇ ਵਿੱਚ ਤਾੜੀਆਂ ਵਜਾਇਓ, ਥਾਲੀਆਂ ਵਜਾਇਓ। ਮਤਲਬ ਲੋਕਾਂ ਨੂੰ ਇੱਕ ਐਦਾਂ ਦਾ ਮੈਸੇਜ ਦਿੱਤਾ ਬਈ ਖਰਿਆ ਕੋਈ ਸਾਡੇ ਤੇ ਗੰਭੀਰ ਸੰਕਟ ਆ, ਕੋਈ ਸਾਡੇ ਤੇ ਕੋਈ ਗ੍ਰਹਿ ਚਾਲ ਚੱਲਦੀ ਪਈ ਆ, ਔਰ ਲੋਕਾਂ ਨੇ ਤਾੜੀਆਂ ਥਾਲੀਆਂ ਵਜਾਈਆਂ। ਔਰ ਇੱਥੋਂ ਤੱਕ ਕਿ ਇਹਨਾਂ ਦੇ MLA MP ਜਿਹੜੇ ਆ ਉਹਨਾਂ ਨੇ ਉਸ ਤਾੜੀਆਂ ਥਾਲੀਆਂ ਨੂੰ ਡੀਜੇ ਦਾ ਰੂਪ ਦੇ ਦਿੱਤਾ, ਵੱਡੇ ਵੱਡੇ ਭੰਗੜੇ ਵੀ ਪਾਏ ਇਕੱਠ ਕਰਕੇ। ਉੱਥੇ ਲੋਕਡਾਊਨ ਜਿਹੜਾ ਉਹਨਾਂ ਦਾ ਕਰਫਿਊ ਆ ਉਹ ਸਾਰਾ ਖੇਹ ਕਰ ਦਿੱਤਾ ਇਹਨਾਂ ਨੇ। ਔਰ ਦੂਜੀ ਵਾਰ ਉਹਨਾਂ ਨੇ ਮੈਸੇਜ ਦੇ ਦਿੱਤਾ ਬਈ ਹੁਣ ਤੁਸੀਂ ਆਪਣੇ ਦੀਵੇ ਜਲਾ ਲਿਓ, ਕੋਈ ਟਾਰਚ ਜਲਾ ਲਿਓ, ਮੋਬਾਈਲ ਦੀ ਲਾਈਟ ਜਲਾ ਲਿਓ। ਉਹ ਟਾਰਚ, ਮੋਬਾਈਲ ਦੀ ਲਾਈਟ, ਦੀਵੇ ਕਿੱਥੇ ਅੰਧ ਵਿਸ਼ਵਾਸ ਦੇ ਵਿੱਚ ਲੋਕਾਂ ਨੂੰ ਪਾਉਣ ਜਾ ਰਹੇ ਹੋ ਤੁਸੀਂ। ਔਰ ਦੂਸਰਾ ਉਹਦਾ ਰਿਜ਼ਲਟ ਕੀ ਨਿਕਲਿਆ ਵੀ ਇਹਨਾਂ ਦੇ MLAs ਉਹਨਾਂ ਨੇ ਮਸ਼ਾਲ ਯਾਤਰਾ ਸ਼ੁਰੂ ਕੀਤੀ, ਮਸ਼ਾਲਾਂ ਫੜ ਕੇ ਜਿਹੜਾ ਵੱਡੇ ਵੱਡੇ ਇਕੱਠ ਆਪਾਂ ਦੇਖਿਆ, ਵੀਡੀਓ ਦੇਖੀਆਂ। ਔਰ ਇਹਨਾਂ ਦੀ ਇੱਕ ਭਾਰਤੀ ਜਨਤਾ ਪਾਰਟੀ ਦੀ ਇੱਕ ਔਰਤ ਬੀਬੀ ਉਹ ਪਤਾ ਨਹੀਂ ਕਿਸ ਅਹੁਦੇ ਤੇ ਵਿਰਾਜਮਾਨ ਹੋ ਗਈ, ਉਹਨਾਂ ਨੇ 5 ਮਿੰਟ ਤੱਕ ਫਾਇਰਿੰਗ ਕੀਤੀ, ਉਹਨੇ ਗੋਲੀਆਂ ਚਲਾਈਆਂ। ਤੋ ਇਹ ਅੰਧ ਵਿਸ਼ਵਾਸ ਜਿਹੜਾ ਹੈ ਉਧਰਲੇ ਪਾਸੇ ਨੂੰ ਦੇਸ਼ ਨੂੰ ਮੋੜਿਆ ਜਾ ਰਿਹਾ। ਔਰ ਮੈਨੂੰ ਹੈਰਾਨਗੀ ਇਸ ਗੱਲ ਦੀ, ਮੈਂ ਸ਼ਾਇਦ ਆਪਣੀ ਇੱਕ ਪਹਿਲਾਂ ਵੀਡੀਓ ਦੇ ਵਿੱਚ ਵੀ ਗਿਆ ਸੀ ਵੀ ਜਿਨ੍ਹਾਂ ਨੇ ਤਾੜੀਆਂ ਥਾਲੀਆਂ ਵਜਾਈਆਂ ਹੋਣਗੀਆਂ ਜਾਂ ਜਿਨ੍ਹਾਂ ਨੇ ਬਾਅਦ ਵਿੱਚ ਮੋਮਬੱਤੀਆਂ ਜਗਾਈਆਂ ਜਾਂ ਦੀਵੇ ਜਗਾਏ ਜਾਂ ਟਾਰਚ ਜਗਾਈ, ਇਹਦੇ ਨਾਲ ਕਿਸੇ ਹਸਪਤਾਲ ਦੇ ਵਿੱਚ ਵੈਂਟੀਲੇਟਰ ਨਹੀਂ ਆਇਆ, ਇਹਦੇ ਨਾਲ ਕਿਸੇ ਨੂੰ ਸੈਨੀਟਾਈਜ਼ਰ ਨਹੀਂ ਮਿਲਿਆ, ਇਹਦੇ ਨਾਲ ਕਿਸੇ ਨੂੰ ਗਲਵਜ਼ ਨਹੀਂ ਮਿਲਿਆ, ਇਹਦੇ ਨਾਲ ਕਿਸੇ ਨੂੰ PP ਕਿੱਟ ਨਹੀਂ ਮਿਲੀ, ਇਹਦੇ ਨਾਲ ਕਿਸੇ ਨੂੰ ਮਾਸਕ ਨਹੀਂ ਮਿਲਿਆ। ਇਸ ਚੀਜ਼ਾਂ ਦੇ ਨਾਲ ਕੁਝ ਵੀ ਨਹੀਂ ਮਿਲਿਆ ਕੀ ਸਿਰਫ ਤੇ ਸਿਰਫ ਇੱਕ ਅੰਧ ਵਿਸ਼ਵਾਸ। ਔਰ ਹੈਰਾਨਗੀ ਦੀ ਗੱਲ ਇਸ ਤੋਂ ਵੀ ਵੱਡੀ ਇਹ ਹੋ ਗਈ ਵੀ ਪੰਜਾਬ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਬੜਾ ਐਡਵਾਂਸ ਸੂਬਾ ਕਹਿੰਦਾ। ਔਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਇੱਕ ਅੱਜ ਦੀ ਸਟੇਟਮੈਂਟ ਆ ਮਾਨਯੋਗ ਸੁਨੀਲ ਜਾਖੜ ਜੀ, ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਨੇ, ਸਾਬਕਾ ਮੈਂਬਰ ਆਫ ਪਾਰਲੀਮੈਂਟ ਵੀ ਨੇ। ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਆ ਵੀ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਤੁਸੀਂ ਏਕਤਾ ਦਾ ਸਬੂਤ ਦੇਣਾ। ਏਕਤਾ ਦਾ ਸਬੂਤ ਦੇਣਾ ਕਿੱਦਾਂ ਆ? ਏਕਤਾ ਦਾ ਸਬੂਤ ਇਦਾਂ ਦੇਣਾ ਵੀ ਤੁਸੀਂ ਇੱਕ ਬਾਹਰ ਖੜੇ ਹੋ ਕੇ ਜਿਨ੍ਹਾਂ ਨੂੰ ਵੀ ਮੰਨਦੇ ਆ ਕਹਿੰਦੇ, ਤੇ ਤੁਸੀਂ ਉਹ ਜਕਾਰੇ ਲਾਉਣੇ ਆ, ਬੋਲੇ ਸੋ ਨਿਹਾਲ ਦੇ ਜਾਂ ਹਰ ਹਰ ਮਹਾਦੇਵ ਦੇ, ਇਹ 2 ਜ਼ਿਕਰ ਕੀਤਾ, ਬਾਕੀ ਕਹਤਾ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਆ ਤੇ ਜਕਾਰੇ ਲਾਉਣੇ ਆ। ਕਮਾਲ ਦੀ ਗੱਲ ਹੈ ਬਈ ਸੁਨੀਲ ਜਾਖੜ ਜੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ। ਸਭ ਤੋਂ ਵੱਡੀ ਗੱਲ ਹੈ ਇਹ ਬਈ ਕਾਂਗਰਸ ਪਾਰਟੀ ਦੇ ਪ੍ਰਧਾਨ ਆ, ਔਰ ਪਾਰਟੀ ਦਾ ਪ੍ਰਧਾਨ ਇੱਕ ਸੂਬੇ ਦੇ ਵਿੱਚ ਆਰਡਰ ਪਾਸ ਕਰ ਰਿਹਾ ਵੀ ਤੁਸੀਂ 20 ਤਰੀਕ ਨੂੰ ਸ਼ਾਮ ਨੂੰ 6 ਵਜੇ। ਪਹਿਲਾਂ ਤਾਂ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਇਹ ਆ ਵੀ ਕਿਆ ਸੁਨੀਲ ਜਾਖੜ ਦੇ ਕੋਲ ਇਸ ਗੱਲ ਦਾ ਅਧਿਕਾਰ ਹੈ? ਸੂਬੇ ਦਾ CM ਜਿਹੜਾ ਆ, ਭਾਵੇਂ ਕਿ ਪਾਰਟੀ ਕਾਂਗਰਸ ਦੀ ਸਰਕਾਰ ਹੈ, ਪਰ ਸਰਕਾਰ ਜਦੋਂ ਜਿੱਤ ਗਈ ਫਿਰ ਲੋਕਾਂ ਦੀ ਹੈ। ਜਿਹੜਾ ਸੂਬੇ ਦਾ CM ਹੈ ਉਹ ਕੋਈ ਆਰਡਰ ਪਾਸ ਕਰੇ, ਉਹ ਗੱਲ ਸਮਝ ਵਿੱਚ ਆਉਂਦੀ ਹੈ। ਲੇਕਿਨ ਜੇ ਉਹ ਵੀ ਇਦਾਂ ਦੇ ਆਰਡਰ ਪਾਸ ਕਰਦਾ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਉਹਨਾਂ ਦਾ ਦਿਮਾਗ ਕਿੱਧਰ ਨੂੰ ਗਿਆ ਆ। ਤੇ ਲੇਕਿਨ ਸੁਨੀਲ ਜਾਖੜ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਆ, ਉਹ ਆਪਣੇ ਆਪ ਨੂੰ CM ਵਾਲੀ ਅਥਾਰਟੀ ਜਿਹੜੀ ਆ ਉਹ ਸਮਝ ਲਿਆ, ਫੀਲਿੰਗ ਲੈ ਰਿਹਾ CM ਦੀ, ਤੇ ਉਹ ਇਦਾਂ ਦੇ ਬਚਕਾਨਾ ਜਿਹੜੇ ਹੈਗੇ ਲੋਕਾਂ ਨੂੰ ਮੈਸੇਜ ਦੇ ਰਿਹਾ ਵੀ ਤੁਸੀਂ ਜਿਹੜਾ 6 ਵਜੇ ਜਕਾਰੇ ਲਾ ਦਿਓ, ਬੋਲੇ ਸੋ ਨਿਹਾਲ ਜਾਂ ਹਰ ਹਰ ਮਹਾਦੇਵ ਦੇ। ਮੈਨੂੰ ਹੈਰਾਨਗੀ ਇਸ ਗੱਲ ਦੀ ਆ, ਨਾ ਤਾਂ ਤਾੜੀਆਂ ਤੇ ਥਾਲੀਆਂ ਨਾਲ ਕੁਝ ਹੋਇਆ, ਨਾ ਟਾਰਚਾਂ ਜਗਾਉਣ ਨਾਲ ਕੁਝ ਹੋਇਆ, ਮੋਮਬੱਤੀਆਂ ਜਲਾਉਣ ਨਾਲ ਕੁਝ ਹੋਇਆ, ਨਾ ਹੀ ਕੁਝ ਦੀਵੇ ਲਗਾਉਣ ਨਾਲ ਹੋਇਆ, ਤੇ ਨਾ ਹੀ ਇਹ ਹਰ ਹਰ ਮਹਾਦੇਵ ਜਾਂ ਬੋਲੇ ਸੋ ਨਿਹਾਲ ਜਾਂ ਕੁਝ ਵੀ ਜਿਹੜੇ ਜਕਾਰੇ ਇਹ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਪਾਉਣ ਦੀ ਬਜਾਏ ਬਈ ਭਾਈ ਤੁਸੀਂ ਉਹ ਸੋਚੋ ਵੀ ਜਿਹੜੇ ਕਰੋਨਾ ਦੇ ਨਾਲ ਪੇਸ਼ੈਂਟ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਦੀ ਚੀਜ਼ ਸੁਣ ਕੇ ਦੇਖੋ। ਇਹ ਕੋਸ਼ਿਸ਼ ਕਰੋ ਵੀ ਭਾਈ ਗਾਂ ਕੋਈ ਜਿਹੜਾ ਹੈਗਾ ਕਰੋਨਾ ਨਾਲ ਜੇ ਕੋਈ ਪੋਜ਼ਿਟਿਵ ਕੇਸ ਆਉਂਦਾ ਉਹ ਨੈਗੇਟਿਵ ਦੇ ਵਿੱਚ ਬਦਲ ਜਾਵੇ, ਉਹਦੀ ਰਿਪੋਰਟ ਅਗਲੀ ਨੈਗੇਟਿਵ ਆ ਜਾਵੇ, ਇਦਾਂ ਦਾ ਕਰੋ। ਲੇਕਿਨ ਕੋਈ ਪ੍ਰਬੰਧ ਨਹੀਂ ਹੋ ਰਿਹਾ। ਔਰ ਮੈਂ ਇੱਕ ਦਿਨ ਅਸੀਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀ, ਤਾਂ ਫੀਲਡ ਵਰਕਰ ਜਿਹੜੀਆਂ ਸਾਡੀਆਂ ਭੈਣਾਂ, ਸਾਡੀਆਂ ਨਰਸਿੰਗ ਸਟਾਫ ਜਿਹੜਾ ਹੈਗਾ, ਉਹਨਾਂ ਦੇ ਕੋਲ PP ਕਿੱਟਸ ਨਹੀਂ ਸੀਗੀਆਂ। ਔਰ ਮੈਂ ਫਿਰ SDM ਸਾਹਿਬ ਔਰ ADC ਫਗਵਾੜਾ ਦੇ ਨਾਲ ਮੀਟਿੰਗ ਕੀਤੀ, ਔਰ ਉਹਨਾਂ ਨੂੰ ਮੈਂ ਇਸ ਗੱਲ ਲਈ ਬੇਨਤੀ ਵੀ ਕੀਤੀ ਸੀ, ਨਾਲ ਮੈਂ ਇਹ ਵੀ ਕਿਹਾ ਸੀ ਵੀ ਜੇ ਨਹੀਂ ਮਿਲੀਆਂ ਤਾਂ ਫਿਰ ਸਾਨੂੰ ਇਹਦੇ ਲਈ ਆਵਾਜ਼ ਉਠਾਉਣੀ ਪਏਗੀ।
ਤਾਂ ਮੈਂ ਧੰਨਵਾਦ ਉਹਨਾਂ ਦਾ ਕੀਤਾ। ਦੂਜੇ ਦਿਨ ਉਹਨਾਂ ਨੇ ਦੂਸਰੇ ਦਿਨ 50 ਪੀਪੀ ਕਿਟਸ ਕਿਸੇ ਡੋਨਰ ਦੇ ਕੋਲੋਂ ਮੰਗਵਾ ਕੇ ਦਿੱਤੀਆਂ, ਲੇਕਿਨ ਸਰਕਾਰ ਨੇ ਨਹੀਂ ਦਿੱਤੀਆਂ। ਇੱਥੇ ਮੈਂ ਇੱਕ ਮਤਲਬ ਭੁਲੇਖਾ ਕੱਢ ਦਿਆਂ। ਤੁਹਾਨੂੰ ਇੱਥੇ ਟੋਕਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਵੀਡੀਓ ਕਾਲਿੰਗ ਰਾਹੀਂ ਇਹ ਸਿਹਤ ਵਿਭਾਗ ਦੇ ਜੋ ਵੱਡੇ ਵੱਡੇ ਹਸਪਤਾਲ ਨੇ ਉਹਨਾਂ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਡਾਕਟਰਾਂ ਵੱਲੋਂ ਤਾਂ ਇਹੀ ਕਹਿ ਰਹੇ ਸੀ ਕਿ ਜੋ ਵੀ ਸਹੂਲਤਾਂ ਸਾਨੂੰ ਸਾਰੀਆਂ ਮੁਹੱਈਆ ਹੋ ਰਹੀਆਂ ਨੇ। ਤੁਸੀਂ ਨਾ ਤੁਸੀਂ ਜਾਣਦੇ ਹੋ ਉਹ ਜਿਹੜੇ ਡਾਕਟਰਸ ਹੈਗੇ ਆ ਨਾ, ਉਹ ਕਦੇ ਵੀ ਨਹੀਂ ਕਹਿਣਗੇ ਵੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ। ਉਹਦਾ ਕਾਰਨ ਆ ਬਹੁਤ ਵੱਡਾ, ਕਿਉਂਕਿ ਡਾਕਟਰਸ ਫੀਲਡ ਦੇ ਵਿੱਚ ਨਹੀਂ ਜਾ ਰਹੇ। ਫੀਲਡ ਦੇ ਵਿੱਚ ਜਾ ਰਿਹਾ ਨਰਸਿੰਗ ਸਟਾਫ, ਤੇ ਡਾਕਟਰ ਜਿਹੜੇ ਹੈਗੇ ਆ ਉਹ ਚਹੇਤੇ ਤਾਂ ਹੈਗੇ ਸਰਕਾਰ ਦੇ, ਤੇ ਜੇ ਉਹ ਸਰਕਾਰ ਦੇ ਖਿਲਾਫ ਬੋਲ ਪਏ ਤਾਂ ਉਹਨਾਂ ਦਾ ਨੁਕਸਾਨ ਹੋਊਗਾ। ਇਸ ਕਰਕੇ ਉਹ ਸਰਕਾਰ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਗੇ। ਉਹ ਤਾਂ ਧੰਨਵਾਦ ਹੀ ਕਰਨਗੇ ਸਰਕਾਰ ਦਾ। ਧੰਨਵਾਦ ਇਸ ਕਰਕੇ ਕਰਨਗੇ ਕਿਉਂਕਿ ਉਹਨਾਂ ਦੀਆਂ ਕਮਜ਼ੋਰੀਆਂ ਦੇ ਉੱਤੇ ਪਰਦੇ ਪੈ ਰਹੇ ਆ। ਜੇ ਉਹ ਮੂਹਰੇ ਆ ਗਏ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਲਪੇਟੇ 'ਚ ਲੈ ਲੈਣਾ। ਇੱਦਾਂ ਤਾਂ ਹੋ ਰਹੀ ਆ, ਇਹ ਸਰਕਾਰਾਂ ਨੇ ਦਸਤੂਰ ਇਹ ਬਣਾਇਆ। ਇਸ ਕਰਕੇ ਜੇ ਤੁਸੀਂ ਅਸਲ ਸੱਚਾਈ ਜਾਣਨਾ ਚਾਹੁੰਦੇ ਆ ਤਾਂ ਅਸਲ ਸੱਚਾਈ ਜਿਹੜੀ ਆ ਉਹ ਜਿਹੜਾ ਗਰਾਊਂਡ ਲੈਵਲ ਤੇ ਵਰਕ ਕਰ ਰਿਹਾ, ਚਾਹੇ ਉਹ ਨਰਸਿੰਗ ਸਟਾਫ ਆ, ਫੀਲਡ ਵਰਕਰ ਹੈਗੇ ਆ, ਚਾਹੇ ਸਾਡੀਆਂ ਆਂਗਨਵਾੜੀ ਵਰਕਰ ਭੈਣਾਂ ਹੈਗੀਆਂ ਜਿਨ੍ਹਾਂ ਕੋਲੋਂ ਕੰਮ ਤਾਂ ਲਿਆ ਜਾ ਰਿਹਾ ਲੇਕਿਨ ਉਹਨਾਂ ਨੂੰ ਨਹੀਂ ਕੁਛ ਦੇ ਰਿਹਾ, ਚਾਹੇ ਸਾਡੇ ਸਫਾਈ ਸੇਵਕ ਹੈਗੇ ਆ ਜਿਹੜੇ ਅੱਜ ਵੀ ਸਫਾਈ ਕਰ ਰਹੇ ਆ, ਚਾਹੇ ਸਾਡੇ ਥੱਲੜੇ ਜਿਹੜੇ ਇੰਸਪੈਕਟਰ ਰੈਂਕ ਤੋਂ ਥੱਲੇ ਵਾਲੇ ਅਧਿਕਾਰੀ ਆ, ਜਿਹੜੇ ਇੰਸਪੈਕਟਰ ਰੈਂਕ ਤੋਂ ਥੱਲੇ ਵਾਲੇ ਪੁਲਿਸ ਮੁਲਾਜ਼ਮ ਆ, ਉਹਨਾਂ ਕੋਲ ਜਾ ਕੇ ਪੁੱਛ ਲਓ ਜਿਹੜੇ ਨਾਕਿਆਂ ਦੇ ਉੱਤੇ ਖੜੇ ਆ। ਮੈਂ ਫੋਟੋਜ਼ ਦੇਖ ਰਿਹਾ ਸੀ ਅੱਜ ਵੀ ਬਾਰਿਸ਼ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਭੈਣਾਂ ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਨਵੀਂ ਭਰਤੀ ਹੋਈ ਆ, ਉਹਨਾਂ ਨੇ ਨਾਕਿਆਂ ਦੇ ਉੱਤੇ ਖੜ ਕੇ ਬਾਰਿਸ਼ ਦੇ ਵਿੱਚ ਵੀ ਜਿਹੜਾ ਲੋਕਡਾਊਨ ਨੂੰ ਲਾਗੂ ਕਰਵਾਇਆ। ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਕੀ ਮਿਲ ਰਿਹਾ। ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿਆ ਤੁਹਾਡੇ ਕੋਲ ਮਾਸਕ ਜਾਂ ਕਿੱਟ ਜਾਂ ਕੁਝ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਇਸ ਮੌਕੇ ਦੇ ਉੱਤੇ ਇਹ ਤਾਂ ਗੱਲ ਕਹਿ ਰਹੇ ਹੋ ਵੀ ਭਾਈ ਜਿੱਥੇ ਤੁਹਾਨੂੰ ਫੋਨ ਆਉਂਦਾ ਉੱਥੇ ਪਹੁੰਚਣਾ ਆ, ਲੇਕਿਨ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਿੱਥੇ ਤੁਸੀਂ ਜਾਣਾ ਕਿਆ ਉਹਨਾਂ ਦੇ ਕੋਲ ਕੋਈ ਤੇਲ ਦਾ ਪ੍ਰਬੰਧ ਹੈ, ਕੋਈ ਗੱਡੀ ਦਾ ਪ੍ਰਬੰਧ ਹੈ? ਨਹੀਂ ਹੈਗਾ। ਉਹਨਾਂ ਨੂੰ ਪੁੱਛ ਕੇ ਦੇਖੋ, ਫੇਰ ਪਤਾ ਲੱਗੂ ਸਹੂਲਤਾਂ ਕਿੱਥੇ ਮਿਲ ਰਹੀਆਂ ਕਿੱਥੇ ਨਹੀਂ ਮਿਲ ਰਹੀਆਂ। ਜਿਹੜਾ ਉੱਪਰਲਾ ਅਫਸਰ ਆ, ਐਸਐਸਪੀ ਸਾਹਿਬ ਹੋ ਗਏ ਜਾਂ ਡੀਐਸਪੀ ਸਾਹਿਬ ਹੋ ਗਏ ਜਾਂ ਐਸਪੀ ਸਾਹਿਬ ਹੋ ਗਏ, ਕਿਸੇ ਵੀ ਥਾਣੇ ਦੇ ਕਿਸੇ ਵੀ ਜ਼ਿਲ੍ਹੇ ਦੇ ਹੋ ਗਏ, ਉਹਨਾਂ ਨੇ ਤਾਂ ਕਦੀ ਵੀ ਨਹੀਂ ਕਹਿਣਾ ਵੀ ਸਰਕਾਰ ਜਿਹੜੀ ਹੈਗੀ ਆ ਉਹ ਸਾਨੂੰ ਕੁਝ ਦੇ ਨਹੀਂ ਰਹੀ। ਇਹ ਤਾਂ ਥੱਲੜੇ ਨੂੰ ਪੁੱਛ ਕੇ ਦੇਖੋ, ਗਰਾਊਂਡ ਰਿਐਲਿਟੀ ਤਾਂ ਥੱਲਿਓਂ ਪਤਾ ਲੱਗਣੀ ਆ। ਉੱਪਰਲੇ ਪਾਸੇ ਤਾਂ ਸਭ ਕੁਝ ਅੱਛਾ ਹੀ ਚੱਲ ਰਿਹਾ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਪ੍ਰਸ਼ਾਸਨ ਦੀਆਂ ਸਖਤ ਹਦਾਇਤਾਂ ਨੇ ਕਿ ਕੋਈ ਵੀ ਮਾਸਕ ਤੋਂ ਬਿਨਾਂ ਬਾਹਰ ਨਹੀਂ ਨਿਕਲਣਾ ਚਾਹੀਦਾ ਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਜ਼ਰੂਰੀ ਆ। ਪਰ ਪਿਛਲੇ ਕੁਝ ਕੁ ਦਿਨਾਂ ਤੋਂ ਜਦ ਮੰਡੀਆਂ ਦਾ ਮੰਡੀਕਰਨ ਸ਼ੁਰੂ ਹੋਇਆ ਉਦੋਂ ਤੱਕ ਜਿਹੜੇ ਆਪਣੇ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਮੰਡੀਆਂ ਦੇ ਦੌਰੇ ਕੀਤੇ ਗਏ ਤੇ ਉਹਦੇ ਵਿੱਚ ਜੋ ਇਹ ਹਦਾਇਤਾਂ ਹੈ ਉਹਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਉਹਨਾਂ ਵੱਲੋਂ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਇੱਕ ਜੋ ਗਰੀਬ ਆਦਮੀ ਹੈ ਜਾਂ ਮਜ਼ਦੂਰ ਆਦਮੀ ਉਸ ਨਾਲ ਤਾਂ ਪ੍ਰਸ਼ਾਸਨ ਸਖਤੀ ਨਾਲ ਪੇਸ਼ ਆ ਰਿਹਾ ਆ, ਪਰ ਜੋ ਐਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਬੜੀ ਵੱਡੀ ਗੱਲ ਹੈਗੀ ਆ ਜਿਹੜੀ ਤੁਸੀਂ ਸਵਾਲ ਪੁੱਛਿਆ, ਕਿਉਂਕਿ ਇਹਦੇ ਵਿੱਚ ਇੱਕ ਗੱਲ ਮੈਸੇਜ ਨਿਕਲ ਕੇ ਸਾਹਮਣੇ ਆਉਂਦਾ ਵੀ ਕਾਨੂੰਨ ਜਿਹੜਾ ਹੈਗਾ ਇੱਥੇ ਦੋ ਤਰੀਕੇ ਨਾਲ ਕੰਮ ਕਰ ਰਿਹਾ। ਇੱਕ ਪਾਸੇ ਕਾਨੂੰਨ ਕੰਮ ਕਰ ਰਿਹਾ। ਮੈਂ ਤੁਹਾਨੂੰ ਪਹਿਲੀ ਇੱਕ ਘਟਨਾ ਦਾ ਫਿਰ ਜ਼ਿਕਰ ਦੁਬਾਰਾ ਕਰਦੇ ਹਾਂ ਵੀ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਤੋਂ ਬਾਅਦ ਸੰਸਕਾਰ ਦੀ ਗੱਲ ਆਈ ਤਾਂ ਬੇਰਕਾ ਦੇ ਵਿੱਚ ਉਹਦਾ ਸੰਸਕਾਰ ਨਹੀਂ ਕਰਨ ਦਿੱਤਾ ਗਿਆ। ਉਹ ਸੰਸਕਾਰ ਜਿਹੜਾ ਹੈਗਾ ਉੱਥੋਂ ਬਾਹਰ ਕੀਤਾ, ਉੱਥੇ ਕਾਨੂੰਨ ਕੰਮ ਨਹੀਂ ਕੀਤਾ। ਜਦੋਂ ਜਲੰਧਰ ਦੇ ਵਿੱਚ ਇੱਕ ਮੌਤ ਹੁੰਦੀ ਆ ਉੱਥੇ ਲੋਕ ਇਕੱਠੇ ਦੇ ਵਿਰੋਧ ਉੱਥੇ ਵੀ ਕਰਦੇ ਆ ਸੰਸਕਾਰ ਦਾ, ਲੇਕਿਨ ਉੱਥੇ ਕਾਨੂੰਨ ਦਾ ਡੰਡਾ ਚੱਲਦਾ ਤੇ ਸੰਸਕਾਰ ਹੋ ਜਾਂਦਾ। ਇਹਦਾ ਮਤਲਬ ਕਾਨੂੰਨ ਜਿਹੜਾ ਹੈਗਾ ਦੋ ਤਰੀਕੇ ਨਾਲ ਕੰਮ ਕਰ ਰਿਹਾ, ਇੱਕ ਵਾਸਤੇ ਹੋ ਰਿਹਾ, ਦੂਜੇ ਵਾਸਤੇ। ਇਹ ਗੱਲ ਇੱਥੇ ਫੇਰ ਸ਼ੁਰੂ ਹੋ ਗਈ। ਇਹ ਕੈਬਨਿਟ ਮਿਨਿਸਟਰ ਜਿੰਨੇ ਵੀ ਹੈਗੇ, ਚਾਹੇ ਕੈਬਨਿਟ ਮਿਨਿਸਟਰ ਹੈਗੇ ਚਾਹੇ ਐਮਐਲਏਜ਼ ਹੈਗੇ, ਹੁਣ ਫਗਵਾੜੇ ਤੋਂ ਐਮਐਲਏ ਆ, ਇਹਨਾਂ ਨੇ ਵੀ ਮੰਡੀਆਂ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਸ਼ੁਰੂ ਕਰਾਈ ਆ, ਇਹਨਾਂ ਨੇ ਵੀ ਆਪਣੇ ਨਾਲ ਸਾਰੇ ਸਾਥੀ ਲੈ ਕੇ ਗਏ ਆ। ਅੱਜ ਦੀ ਅਖਬਾਰ ਦੇ ਵਿੱਚ ਫੋਟੋ ਵੀ ਲੱਗੀ ਹੋਈ ਆ ਔਰ ਫੋਟੋ ਤਾਂ ਇਹਨਾਂ ਨੇ ਖਿਚਾਈ ਹੈ ਇੱਦਾਂ ਸਹੀ ਹੋ ਕੇ ਵੀ ਚੱਲ ਮਾੜਾ ਦੂਰ ਹੋ ਜਾਓ, ਲੇਕਿਨ ਜਿਹੜੀ ਵੀਡੀਓ ਉਹ ਦੇਖ ਕੇ ਦੇਖਿਓ ਉਹਦੇ ਵਿੱਚ ਪੂਰਾ ਇਹਨਾਂ ਲੋਹ ਲਸ਼ਕਰ ਲੈ ਕੇ ਗਏ ਆ। ਕੋਈ ਸੋਸ਼ਲ ਡਿਸਟੈਂਸ ਦੀ ਗੱਲ ਨਹੀਂ ਕੀਤੀ ਗਈ, ਉਹ ਧੱਜੀਆਂ ਉਡਾਈਆਂ ਜਾ ਰਹੀਆਂ। ਰਹੀ ਮਾਸਕ ਦੀ ਗੱਲ, ਹੈਰਾਨਗੀ ਮੈਨੂੰ ਇਸ ਗੱਲ ਦੀ ਆ ਵੀ ਪਤਾ ਨਹੀਂ ਸਰਕਾਰ ਜਿਹੜੀ ਹੈਗੀ ਆ ਦੋ ਤਰੀਕੇ ਨਾਲ ਕੰਮ ਕਰ ਰਹੀ ਆ ਜਾਂ ਸਰਕਾਰ ਦੋ ਭਾਗਾਂ 'ਚ ਵੰਡ ਹੋਈ ਆ। ਇੱਕ ਤਾਂ ਪਾਸੇ ਸੀਐਮ ਸਾਹਿਬ ਇਹ ਗੱਲ ਕਹਿ ਰਹੇ ਆ ਬਈ ਜਿਹੜਾ ਮੂੰਹ ਤੇ ਮਾਸਕ ਨਹੀਂ ਲਗਾ ਕੇ ਬਾਹਰ ਜਿਹੜਾ ਬਿਨਾਂ ਲਗਾਏ ਮਾਸਕ ਬਾਹਰ ਆ ਜਾਂਦਾ ਆ ਉੱਤੇ ਕਾਰਵਾਈ ਕਰੋ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਐਮਐਲਏ ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਵੀ ਨੇ, ਨਵਜੋਤ ਸਿੰਘ ਸਿੱਧੂ, ਉਹ ਕਹਿ ਰਹੇ ਨੇ ਮਾਸਕ ਦੀ ਲੋੜ ਹੀ ਨਹੀਂ ਹੈ ਨਹੀਂ, ਔਰ ਉਹ ਲਗਾ ਵੀ ਨਹੀਂ ਰਹੇ। ਤੋ ਸਰਕਾਰ ਜਿਹੜੀ ਆ ਲੱਗਦਾ ਦੋ ਭਾਗਾਂ 'ਚ ਵੰਡੀ ਗਈ ਆ। ਤੋ ਸਰਕਾਰ ਆਪਣੀਆਂ ਚਮਦੀਆਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ। ਉਹਨਾਂ ਨੂੰ ਲੱਗਦਾ ਵੀ ਖਰਿਆ ਇਹ ਪਹਿਲਾਂ ਹੀ ਜਿਹੜਾ ਰਾਜਾਸ਼ਾਹੀ ਕੰਮ ਚੱਲਦਾ ਸੀ, ਕੈਪਟਨ ਸਾਹਿਬ ਉਸ ਚੀਜ਼ ਦੀ ਫੀਲਿੰਗ ਲੈ ਰਿਹਾ। ਉਹਨਾਂ ਨੂੰ ਇਹ ਨਹੀਂ ਪਤਾ ਇੱਥੇ ਲੋਕਤੰਤਰਿਕ ਦੇਸ਼ ਹੈਗਾ, ਹੁਣ ਵੋਟਾਂ ਦੀ ਪ੍ਰਣਾਲੀ ਦੇ ਨਾਲ ਰਾਜ ਭਾਗ ਆਉਂਦੇ ਆ। ਤੇ ਹੁਣ ਜਿਹੜਾ ਹੈਗਾ ਇਹ ਨਾ ਸਮਝਣ ਵੀ ਜਿੱਦਾਂ ਪਹਿਲਾਂ ਸੀ ਵੀ ਰਾਜੇ ਦਾ ਪੁੱਤ ਰਾਜਾ ਹੀ ਹੁੰਦਾ ਸੀ, ਇੱਥੇ ਉਹ ਨਹੀਂ ਗੱਲ ਹੈਗੀ। ਇੱਥੇ ਰਾਜਾਸ਼ਾਹੀ ਸਿਸਟਮ ਨਹੀਂ ਹੈਗਾ, ਇੱਥੇ ਲੋਕਤੰਤਰ ਹੈਗਾ। ਲੇਕਿਨ ਇਸ ਵਕਤ ਕਾਂਗਰਸ ਪਾਰਟੀ ਜਾਂ ਉਹਦੇ ਕੌਂਸਲਰ ਜਾਂ ਉਹਦੇ ਸਰਪੰਚ ਜਾਂ ਉਹਦੇ ਅਹੁਦੇਦਾਰ, ਇਹ ਸਾਰੇ ਜਿਹੜੇ ਹੈਗੇ ਆ ਲੋਕਡਾਊਨ ਦੀਆਂ ਕਰਫਿਊ ਦੀਆਂ ਧੱਜੀਆਂ ਇਹ ਉਡਾ ਰਹੇ, ਆਮ ਬੰਦਾ ਨਹੀਂ ਉਡਾ ਰਿਹਾ।
ਇਹਦੇ ਨਾਲ ਹੀ ਮੈਂ ਇੱਕ ਤੁਹਾਡੇ ਨਾਲ ਹੋਰ ਸਵਾਲ ਤੁਹਾਡੇ ਲੋਕਲ ਇੱਥੇ ਫਗਵਾੜੇ ਦੀ ਗੱਲ, ਕਿਉਂਕਿ ਤੁਸੀਂ ਕੌਂਸਲਰਾਂ ਦੀ ਗੱਲ ਕੀਤੀ, ਉਹਦੇ ਨਾਲ ਜੋੜਨਾ ਚਾਹੁੰਦੇ ਕਿਉਂਕਿ ਸਾਬਕਾ ਮੇਅਰ ਨੇ ਜੋ ਅਰੁਣ ਖੋਸਲਾ ਜੀ, ਉਹ ਡਿਪੂ ਹੋਲਡਰ ਵੀ ਨੇ ਤੇ ਉਹਨਾਂ ਦੀ ਕਣਕ ਦੀ ਟਰੈਲੀ ਆਈ ਸੀਗੀ ਤੇ ਜੋ ਲੋਕਲ ਉੱਥੇ ਦੇ ਕਾਂਗਰਸੀ ਲੀਡਰ ਹੈ ਦੂਏ ਆਪਣੇ ਐਮਸੀ ਆ, ਉਹਨਾਂ ਨੇ ਵਿਰੋਧ ਕਰਕੇ ਜੋ ਕਣਕ ਆ ਉੱਥੇ ਨਹੀਂ ਲਾਉਣ ਦਿੱਤੀ ਗਈ ਤੇ ਉਹਨੇ ਕਿਹਾ ਸੀ ਵੀ ਜੋ ਤੁਸੀਂ ਕਣਕ ਲੈ ਕੇ ਆਏ ਉਹ ਅਸੀਂ ਇਸ ਜਗ੍ਹਾ ਤੇ ਨਹੀਂ ਲਾਉਣ ਦੇਣੀ। ਸੋ ਇਹ ਵੀ ਧੱਕੇਸ਼ਾਹੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਧੱਕੇਸ਼ਾਹੀ ਦੀ ਗੱਲ ਇਹ ਪਹਿਲਾਂ ਵੀ ਕਰ ਚੁੱਕਾ, ਮੈਂ ਮਾਨਯੋਗ ਏਡੀਸੀ ਸਾਹਿਬ ਔਰ ਐਸਡੀਐਮ ਸਾਹਿਬ ਦੀ ਜਾਣਕਾਰੀ ਦੇ ਵਿੱਚ ਵੀ ਲਿਆ ਕੇ ਦੇ ਚੁੱਕਾ। ਮੈਂ ਉੱਥੇ ਵੀ ਗੱਲ ਕਹੀ ਸੀ ਵੀ ਚਲੋ ਕਾਂਗਰਸ ਦੀ ਸਰਕਾਰ ਆ, ਕਾਂਗਰਸ ਪਾਰਟੀ ਦੇ ਲੀਡਰਾਂ ਨੇ ਇੰਨਾ ਕਲਾਹਾ ਤਾਂ ਲੈਣਾ ਹੀ ਆ ਬਈ ਉਹ ਆਪਣੇ ਹੱਥੀਂ ਰਾਸ਼ਨ ਵੰਡਣ, ਇਹ ਲਾਹਾ ਲੈਣਾ ਉਹਨਾਂ ਨੇ। ਪਰ ਸਾਨੂੰ ਇਸ ਗੱਲ ਤੇ ਇਤਰਾਜ਼ ਕੋਈ ਨਹੀਂ, ਆਪਣੇ ਹੱਥੀਂ ਵੰਡ ਲੈਣ, ਪਰ ਦੇਣ ਤਾਂ ਜ਼ਰੂਰਤਮੰਦ ਨੂੰ ਦੇਣ। ਜਿਹੜੀਆਂ ਰਾਸ਼ਨ ਦੀਆਂ ਥੈਲੀਆਂ ਆਈਆਂ, ਜਿਹੜੀਆਂ ਕੈਪਟਨ ਸਾਹਿਬ ਨੇ ਕਿਹਾ 10 ਲੱਖ ਪੈਕਟ ਭੇਜ ਰਹੇ ਆ, ਉਹਨਾਂ ਪੈਕਟਾਂ ਦੇ ਨਾਲ ਹਰ ਮਹੱਲੇ, ਹਰ ਵਾਰਡ, ਹਰ ਪਿੰਡ ਦੇ ਵਿੱਚ ਕਲੇਸ਼ ਪਿਆ। ਜਿਹਨੂੰ ਮਿਲ ਗਿਆ ਉਹਨੇ ਇਸ ਗੱਲ ਤੇ ਗਾਲਾਂ ਕੱਢੀਆਂ ਵੀ ਆਹ ਕੀ ਦਿੱਤਾ ਸਾਨੂੰ, ਹੈਂ ਕਹਿੰਦੇ ਸਾਡੇ ਮੱਥੇ 200 ਗ੍ਰਾਮ ਚਾਹ ਪੱਤੀ ਮਾਰੀ, ਸਾਡੇ ਇੱਕ 5 ਰੁਪਏ ਵਾਲੀ ਸਾਬਣ ਦੀ ਟਿੱਕੀ ਵਿੱਚ ਇੱਕ ਤੀਲਾਂ ਦੀ ਡੱਬੀ ਪਾਈ ਹੋਆ ਜੀ, 200 ਗ੍ਰਾਮ ਜਾਂ ਪਾਈਏ ਵਾਲਾ ਤੇਲ ਦਾ ਪੈਕਟ ਪਾਇਆ ਜੀ, ਵਿੱਚ ਤੇਲ ਦੀ ਬੋਤਲ ਪਾਈ ਹੋਆ ਜੀ, ਹੈਂ ਕੁਛ ਮੇਰੇ ਖਿਆਲ ਰਾਜਮਾ ਜਾਂ ਕੁਛ ਇਦਾਂ ਦੀ। ਮੈਂ ਵੀਡੀਓ ਇੱਕ ਦੇਖ ਰਿਹਾ ਸੀ, ਉਹ ਦਿਖਾਉਂਦਾ ਸੀ ਚੱਕ ਕੇ ਮੁੰਡਾ ਕੋਈ ਪੈਕਟ ਵੀ ਆਹ ਦੇਖੋ ਜੀ ਆਹ ਸਾਡੇ ਮੱਥੇ ਮਾਰਿਆ ਰਿਹਾ। ਉਹ ਤਾਂ ਇਸ ਗੱਲ ਤੇ ਗਾਲਾਂ ਕੱਢ ਰਹੇ ਆ ਵੀ ਆਹ ਸਾਡੇ ਮੱਥੇ ਕੀ ਮਾਰਿਆ, ਜਿਹਨੂੰ ਨਹੀਂ ਮਿਲਿਆ ਉਹ ਇਸ ਕਰਕੇ ਗਾਲਾਂ ਕੱਢ ਰਿਹਾ ਸਾਨੂੰ ਦਿੱਤੇ ਨਹੀਂ। ਉਹ ਤਾਂ ਹਰ ਮਹੱਲੇ, ਹਰ ਗਲੀ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਲੋਕਾਂ ਨੂੰ ਮਤਲਬ ਕਲੇਸ਼ ਕਰਵਾਤੇ। ਦੂਜੇ ਪਾਸੇ ਰਹੀ ਮੇਅਰ ਖੋਸਲਾ ਜੀ ਦੀ ਗੱਲ, ਮੈਨੂੰ ਵੈਸੇ ਮੇਅਰ ਖੋਸਲਾ ਜੀ ਦੀ ਹਾਲਤ ਤੋਂ ਤਰਸ ਆ ਰਿਹਾ। ਉਹ ਮੇਅਰ ਨੇ, ਭਾਵੇਂ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨੇ, ਲੇਕਿਨ ਉਹ ਮੇਅਰ ਨੇ, ਉਹ ਵੀ ਇਲੈਕਟਡ ਪਰਸਨ ਨੇ, ਔਰ ਉਹਦੇ ਨਾਲ ਉਹ ਡਿਪੂ ਹੋਲਡਰ ਵੀ ਨੇ। ਉਹ ਡਿਪੂ ਚਲਾ ਰਹੇ ਨੇ ਪਿਛਲੇ ਮੇਰੇ ਖਿਆਲ 25-30 ਸਾਲ ਤੋਂ ਚਲਾ ਰਹੇ ਨੇ। ਮੈਨੂੰ ਉਹਨਾਂ ਦੀ ਹਾਲਤ ਤੋਂ ਤਰਸ ਆ ਰਿਹਾ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਜਿਹੜੇ ਆ ਐਡੀ ਗੁੰਡਾਗਰਦੀ ਯਾਰ, ਐਡੀ ਗੁੰਡਾਗਰਦੀ। ਪਰਚੀਆਂ ਮੇਅਰ ਕੱਟ ਰਿਹਾ ਐਜ਼ ਏ ਡਿਪੂ ਹੋਲਡਰ ਕੱਟ ਰਿਹਾ ਉਹ ਪਰਚੀਆਂ, ਔਰ ਉਹਨੇ ਪਰਚੀਆਂ ਕੱਟੀਆਂ, ਕਣਕ ਮੰਗਵਾਈ, ਔਰ ਕੌਂਸਲਰ ਜਿਹੜੇ ਆ ਜਾ ਕੇ ਇਹ ਗੱਲ ਕਹਿ ਰਹੇ ਆ ਬਈ ਅਸੀਂ ਤਾਂ ਇੱਥੇ ਵੰਡਣੇ ਨਹੀਂ ਦੇਣੀ ਜਿੱਥੇ ਇਹ ਕਹਿ ਰਿਹਾ। ਯਾਰ ਡਿਪੂ ਹੋਲਡਰ ਦਾ ਕੰਮ ਆ, ਉਹਨਾਂ ਦਾ ਐਮਸੀਆਂ ਦਾ ਜਾਂ ਉਹਨਾਂ ਦੇ ਲੀਡਰਾਂ ਦਾ ਕੀ ਕੰਮ ਆ? ਇਹਦਾ ਮਤਲਬ ਉਹ ਅੱਜ ਦੇ ਇਸ ਮੌਕੇ ਤੇ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੂੰ ਇਸ ਗੱਲ ਤੋਂ ਥੋੜ੍ਹਾ ਬਹੁਤਾ ਮਹਿਸੂਸ, ਉਹ ਇਨਸਾਨੀਅਤ ਜਗਾਓ ਯਾਰ, ਰਾਜਨੀਤੀ ਹੋ ਜਾਏਗੀ। ਤੁਸੀਂ ਅੱਜ ਜ਼ਰੂਰਤਮੰਦ ਦੇ ਘਰ ਦੇ ਵਿੱਚ ਰਾਸ਼ਨ ਪਹੁੰਚਾਓਗੇ ਤਾਂ ਇਨਸਾਨੀਅਤ ਜਿਹੜੀ ਆ ਤੁਹਾਡੀ ਜਿੰਦਾ ਰਹੇਗੀ, ਔਰ ਜੇ ਇਨਸਾਨੀਅਤ ਜਿੰਦਾ ਰਹਿ ਗਈ ਤਾਂ ਫਿਰ ਤੁਸੀਂ ਕੱਲ੍ਹ ਨੂੰ ਜਦੋਂ ਇਲੈਕਸ਼ਨ ਆ ਗਿਆ ਫਿਰ ਕਹਿ ਲਿਓ ਵੀ ਅਸੀਂ ਤੁਹਾਡੇ ਲਈ ਨਿਰਸਵਾਰਥ ਹੋ ਕੇ ਜਾਂ ਨਿਰਪੱਖ ਹੋ ਕੇ ਇਹ ਕੰਮ ਕੀਤਾ। ਅੱਜ ਪੱਖਪਾਤ ਹੋ ਰਿਹਾ। ਮੇਰੇ ਕੋਲ ਲਿਸਟਾਂ ਪਈਆਂ, ਮੈਂ ਤੁਹਾਨੂੰ ਲਿਸਟਾਂ ਦਿਖਾ ਸਕਦਾ। ਮੈਂ ਮਾਨਯੋਗ ਐਸਡੀਐਮ ਸਾਹਿਬ ਨੂੰ ਵੀ ਲਿਸਟਾਂ ਸੈਂਡ ਕੀਤੀਆਂ ਵੀ ਉਹ ਪਰਿਵਾਰ ਜਿਹੜੇ ਜ਼ਰੂਰਤਮੰਦ ਸੀਗੇ, ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਸੀ, ਔਰ ਪਿਛਲੇ ਟਾਈਮ ਦੇ ਵਿੱਚ ਉਹਨਾਂ ਨੂੰ ਰਾਸ਼ਨ ਮਿਲਦਾ ਸੀ, ਲੇਕਿਨ ਇਸ ਵਾਰ ਰਾਸ਼ਨ ਕੱਟ ਦਿੱਤਾ ਗਿਆ। ਕੱਟਿਆ ਕਿਉਂ? ਕਿਉਂਕਿ ਉਹ ਕਾਂਗਰਸ ਦੇ ਨਾਲ ਚੱਲਦੇ ਨਾ ਸੀ, ਇਸ ਗੱਲ ਕਰਕੇ ਰਾਸ਼ਨ ਕੱਟ ਦਿੱਤਾ ਗਿਆ। ਇਹਦਾ ਮਤਲਬ ਇਹ ਆ ਵੀ ਉਹ ਜੇ ਕਾਂਗਰਸ ਪਾਰਟੀ ਦੇ ਨਾਲ ਨਹੀਂ ਚੱਲਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ, ਉਹਨਾਂ ਦੇ ਢਿੱਡ ਨਹੀਂ ਲੱਗਾ, ਉਹਨਾਂ ਦਾ ਟੱਬਰ ਨਹੀਂ ਹੈਗਾ, ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਨਹੀਂ, ਇਸ ਗੱਲ ਦੇ ਉੱਤੇ ਕੋਈ ਨਹੀਂ ਵਿਚਾਰ ਕੀਤੀ ਜਾ ਰਹੀ। ਸਿਰਫ ਇੱਕ ਪੱਖਪਾਤ ਹੋ ਰਿਹਾ, ਪਾਰਟੀਬਾਜ਼ੀ ਹੋ ਰਹੀ ਆ। ਲੋਕਾਂ ਨੂੰ ਇਹ ਦੇਖ ਕੇ ਰਾਸ਼ਨ ਦਿੱਤਾ ਜਾ ਰਿਹਾ, ਜੇ ਕੋਈ ਥੋੜ੍ਹਾ ਬਹੁਤਾ ਦੇਣਾ ਵੀ ਇਹ ਮੇਰੀ ਪਾਰਟੀ ਦਾ ਹੈਗਾ ਜਾਂ ਨਹੀਂ ਹੈਗਾ, ਇਹਨੇ ਕਿਤੇ ਮੇਰੇ ਖਿਲਾਫ ਬੂਥ ਤਾਂ ਨਹੀਂ ਸੀ ਲਾਇਆ, ਇਹਨੇ ਕਿਤੇ ਮੇਰੇ ਨਾਲ ਐਂ ਤਾਂ ਨਹੀਂ ਸੀ ਕੀਤੀ, ਇਹ ਕਿਤੇ ਮੇਰੇ ਵੱਲੋਂ ਔਂ ਤਾਂ ਨਹੀਂ ਸੀ ਕਰਦਾ। ਇਸ ਗੱਲ ਦੇ ਨਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਆਗੂ ਸਮਝ ਲੈਣ, ਉਹਨਾਂ ਦਾ ਨੁਕਸਾਨ ਹੋਏਗਾ, ਫਾਇਦਾ ਨਹੀਂ ਹੋਏਗਾ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਕਿਤੇ ਆਪਣਾ ਇਸ ਤਰੀਕੇ ਨਾਲ ਫਾਇਦਾ ਕਰਵਾ ਲਵਾਂਗੇ। ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਲਈ ਚਾਹੀਦਾ ਵੀ ਜੇ ਤੁਸੀਂ ਛੋਟਾ ਮੋਟਾ ਵੀ ਉਪਰਾਲਾ ਕੀਤਾ, ਘੱਟੋ ਘੱਟ ਇਹਦੀ ਥੱਲੇ ਤੱਕ ਗਰਾਊਂਡ ਵਰਕ ਦੇ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਦੇਖ ਲਓ ਵੀ ਇਹ ਜ਼ਰੂਰਤ ਦਾ ਸਮਾਨ ਜਿਹੜਾ ਹਰ ਜ਼ਰੂਰਤਮੰਦ ਤੱਕ ਪਹੁੰਚਾ ਜਾਂ ਨਹੀਂ ਪਹੁੰਚਾ, ਜਾਂ ਤੁਹਾਡੇ ਜਿਹੜੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਜਾਂ ਕੌਂਸਲਰ ਹੈਗੇ ਆ ਇਹ ਕਿਤੇ ਆਪ ਹੀ ਤਾਂ ਨਹੀਂ ਇੱਦਾਂ ਹੀ ਆਪਣੇ ਚਹੇਤਿਆਂ ਨੂੰ ਦੇਈ ਜਾਂਦੇ। ਇੰਨੀ ਕੁ ਦਾ ਜਿਹੜਾ ਥੱਲੇ ਤੱਕ ਰਿਪੋਰਟ ਲੈ ਲਓ, ਨਹੀਂ ਲੈ ਰਹੇ ਹੋ। ਇਸ ਕਰਕੇ ਜੋ ਵੀ ਕੁਝ ਹੋ ਰਿਹਾ ਨਾ, ਇਹ ਮੇਅਰ ਖੋਸਲਾ ਜੀ ਦੇ ਨਾਲ ਜੋ ਹੋਇਆ ਨਾ ਉਹ ਬਿਲਕੁਲ ਨਜਾਇਜ਼ ਹੋਇਆ, ਮੈਂ ਇਹ ਗੱਲ ਕਹੂੰਗਾ। ਹਾਲਾਂਕਿ ਮੇਰਾ ਉਹ ਨਾ ਉੱਦਾਂ, ਮੈਂ ਐਜ਼ ਏ ਮੈਨ, ਮੈਂ ਇੱਕ ਵਿਅਕਤੀਗਤ ਤੌਰ ਤੇ ਇਹ ਗੱਲ ਕਹਿ ਰਿਹਾ ਕਿ ਮੇਅਰ ਖੋਸਲਾ ਜੀ ਜਿਹੜੇ ਆ ਉਹਨਾਂ ਦੀ ਜਿਹੜੀ ਟਰਾਲੀ ਉਹਨਾਂ ਨੇ ਡੀਪੀ ਹੋਲਡਰ ਦੇ ਕਰਕੇ, ਮੈਂ ਉਹਨਾਂ ਨੂੰ ਕਹਿ ਰਿਹਾ ਵੀ ਡੀਪੂ ਹੋਲਡਰ ਦੇ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਟਰਾਲੀ ਦੇ ਉੱਤੇ ਕਬਜ਼ਾ ਕੀਤਾ ਕਾਂਗਰਸੀਆਂ ਨੇ, ਉਹ ਗਲਤ ਕੀਤਾ ਆ। ਲੇਕਿਨ ਖੋਸਲਾ ਜੀ ਇਸ ਗੱਲ ਨੂੰ ਮਹਿਸੂਸ ਕਰਨ ਵੀ ਕਿਤੇ ਇੱਦਾਂ ਤਾਂ ਨਹੀਂ ਹੈਗਾ ਬਈ ਜਿੱਦਾਂ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਉਦੋਂ ਉਹਨਾਂ ਨੇ ਵੀ ਚੰਮਦੀਆਂ ਚਲਾਈਆਂ ਤੇ ਹੁਣ ਉਹਨਾਂ ਨੂੰ ਲੱਗਦਾ ਵੀ ਹੁਣ ਸਾਡੀ ਵਾਰੀ ਆ ਗਈ ਆ। ਇੱਦਾਂ ਨਾ ਕਿਤੇ ਹੋਏ, ਕਿਉਂਕਿ ਇਹ ਕਿਤੇ ਨਾ ਕਿਤੇ ਇਹ ਗੱਲ ਬਾਹਰ ਇਹ ਵੀ ਟਰੈਵਲ ਕਰ ਰਹੀ ਆ। ਜੇਕਰ ਗੱਲ ਕਰੀਏ ਆਪਾਂ, ਕਿਉਂਕਿ ਹੁਣ ਇਹ ਮਹਾਮਾਰੀ ਕਿਸੇ ਨੂੰ ਪਤਾ ਨਹੀਂ ਸੀ ਕਿ ਮਹਾਮਾਰੀ ਆਉਣੀ ਹੈ ਜਾਂ ਯਕਦਮ ਹੀ ਇੱਕ ਪੂਰੀ ਦੁਨੀਆ ਉੱਤੇ ਝੁੱਲ ਗਈ ਇਹ। ਸੋ ਆਪਾਂ ਗੱਲ ਕਰੀਏ ਜੇਕਰ ਆਪਣੇ ਭਾਰਤ ਦੇਸ਼ ਦੀ, ਇਹਦੇ ਵਿੱਚ 3000 ਕਰੋੜ ਦੀ ਜੋ ਇੱਕ ਮੂਰਤੀ ਬਣਾ ਦਿੱਤੀ ਜਾਂਦੀ ਹੈ, ਪਰ ਜੇਕਰ ਗੱਲ ਕਰੀਏ ਸਿਹਤ ਸੇਵਾਵਾਂ ਦੀ ਜਾਂ ਹਸਪਤਾਲਾਂ ਦੀ ਜਾਂ ਵੈਂਟੀਲੇਟਰਾਂ ਦੀ, ਸੋ ਉਹ ਬਹੁਤ ਘੱਟ ਨੇ। ਸੋ ਤੁਹਾਨੂੰ ਲੱਗਦਾ ਕਿ ਇਹ ਤੋਂ ਸ਼ਾਇਦ ਜੇ ਕਰੋਨਾ ਇੱਕ ਹੈ ਤਾਂ ਮਹਾਮਾਰੀ, ਪਰ ਫਿਰ ਵੀ ਇਹ ਤੋਂ ਸਿੱਖਿਆ ਲੈ ਕੇ ਸਰਕਾਰਾਂ ਅੱਗੇ ਜਾ ਕੇ ਕੁਛ ਇੱਦਾਂ ਦਾ ਕਰਨਗੀਆਂ ਕਿ ਜੋ, ਜਾਂ ਕਹੀਏ ਸਰਕਾਰਾਂ ਨੂੰ ਅਕਲ ਆ ਜੂਗੀ ਵੀ ਕਿ ਇਹਨਾਂ ਦੀ ਜੋ ਮੂਰਤੀਆਂ 'ਤੇ ਪੈਸਾ ਲਾਉਣ ਦੀ ਥਾਂ 'ਤੇ ਜੋ ਸਿਹਤ ਸੇਵਾਵਾਂ
ਉਹਨਾਂ ਨੂੰ ਵਧਾਇਆ ਜਾ ਸਕੇ। ਅੱਜ 18 ਤਰੀਕ ਹੋ ਗਈ ਹੈ ਜੀ, ਅੱਜ 18 ਹੋ ਗਈ ਆ। 21 ਤਰੀਕ ਨੂੰ ਕਰਫਿਊ ਲੱਗਾ ਸੀ ਪੰਜਾਬ ਦੇ ਵਿੱਚ, 21 ਮਾਰਚ ਨੂੰ ਕਰਫਿਊ ਲੱਗਾ ਸੀ, 22 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਡਾਊਨ ਲਗਾਇਆ ਸੀ। ਇਹਦਾ ਮਤਲਬ ਇਹ ਆ ਵੀ ਅੱਜ 26 ਦਿਨ ਹੋ ਗਏ ਆ, ਅੱਜ 26 ਦਿਨ ਹੋ ਗਏ ਆ। 26 ਦਿਨਾਂ 'ਚ ਤਾਂ ਇਹਨਾਂ ਨੇ ਸਿੱਖਿਆ ਕੁਝ ਨਹੀਂ, ਗਾਂ ਕੀ ਸਿੱਖ ਲੈਣਗੇ ਮੈਨੂੰ ਉਸ ਗੱਲ ਦੀ ਆਸ ਕੋਈ ਨਹੀਂ, ਕਿਉਂਕਿ ਸਿੱਖਣਾ ਤਾਂ ਤਦ ਜੇ ਇਹਨਾਂ ਨੂੰ ਲੱਗੇ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ। ਉਹ ਲੋਕ ਰੌਲਾ ਪਾ ਮਰ ਗਏ, ਲੋਕਾਂ ਨੇ ਰੌਲਾ ਪਾਇਆ ਬਈ ਪੁਲਿਸ ਜਿਹੜੀ ਆ ਕਰਫਿਊ ਤੋਂ ਬਾਅਦ ਇਹਨਾਂ ਨੇ ਲੋਕਾਂ ਦੀ ਨਾ ਡੰਗਰਾਂ ਵਾਂਗੂ ਕੁੱਟੇ ਲੋਕ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਕੁੱਟੇ, ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪੇਰੈਂਟਸ ਨੂੰ ਕੁੱਟਿਆ। ਇਹਨਾਂ ਨੇ ਇੱਕ ਗਰਭਵਤੀ ਮਹਿਲਾ ਅੰਮ੍ਰਿਤਸਰ ਦੇ ਵਿੱਚ, ਉਹਦਾ ਹਸਬੈਂਡ ਦਵਾਈ ਲੈਣ ਜਾ ਰਿਹਾ ਸੀ, ਉਹਦਾ ਨੱਕ ਦੀ ਹੱਡੀ ਤੋੜ ਦਿੱਤੀ। ਇਹਨਾਂ ਨੇ ਸਿਆਣੇ ਬਜ਼ੁਰਗਾਂ ਦੀਆਂ ਦਾੜੀਆਂ ਪੁੱਟ ਦਿੱਤੀਆਂ, ਲੋਕਾਂ ਨੇ ਰੌਲਾ ਪਾਇਆ। ਲੇਕਿਨ ਅੱਜ ਵੀਡੀਓ ਫੇਰ ਵਾਇਰਲ ਹੋ ਰਹੀਆਂ ਵੀ ਪੁਲਿਸ ਨੇ ਫਲਾਨੀ ਜਗ੍ਹਾ ਕੁੱਟੇ, ਪੁਲਿਸ ਨੇ ਧਮਕਾਨੀ ਜਗ੍ਹਾ ਕੁੱਟੇ। ਇਹਨਾਂ ਨੇ ਵੀਡੀਓ ਬਣਾ ਕੇ ਬੰਦੇ ਨੂੰ ਦਾਗੀ ਕੀਤਾ, ਉਹ ਕੰਨ ਫੜਾ ਕੇ ਬੈਠ ਕੇ ਆਈਆਂ, ਉਹ ਤੋਂ ਨਹੀਂ ਇਹਨਾਂ ਨੇ ਕੁਛ ਸਿੱਖਿਆ। ਔਰ ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ, ਤੁਸੀਂ 3000 ਕਰੋੜ ਦੀ ਸਰਦਾਰ ਪਟੇਲ ਦੀ ਜਿਹੜੀ ਗੁਜਰਾਤ ਦੇ ਵਿੱਚ ਇਹਨਾਂ ਨੇ ਮੂਰਤੀ ਲਗਾਈ ਉਹਦੀ ਜ਼ਿਕਰ ਕਰਦੇ ਹੋ। 3000 ਕਰੋੜ ਦੀ ਮੂਰਤੀ ਲਗਾਤੀ, ਉਹਦਾ ਫਾਇਦਾ ਕੋਈ ਨਹੀਂ ਹੋਇਆ। ਇਹ ਠੀਕ ਆ ਬਈ ਆਪਣੇ ਦੇਸ਼ ਦੇ ਵਿੱਚ ਜਿਹੜੇ ਨਾਮਵਰ ਲੋਕ ਹੁੰਦੇ ਆ ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਇਤਿਹਾਸ ਬਣਦਾ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਸਾਡੇ ਲੋਕਾਂ ਨੂੰ ਜਿਹੜੇ ਜਿਉਂਦੇ ਆ ਉਹਨਾਂ ਦੇ ਵਾਸਤੇ ਸਾਡੇ ਕੋਲ ਸਹੂਲਤ ਦੇਣ ਨੂੰ ਪੈਸੇ ਹੈ ਨਹੀਂ ਨਾ, ਫਿਰ ਸਾਨੂੰ ਇਹ ਜਿਹੜੇ ਇਤਿਹਾਸ ਆ ਇਹ ਸਾਡੇ ਲਈ ਬੇਮਾਨੇ ਆ। ਇਤਿਹਾਸ ਤਦ ਜੀਂਦੇ ਰਹਿਣਗੇ ਜੇ ਲੋਕ ਜੀਂਦੇ ਰਹਿਣਗੇ। ਲੇਕਿਨ ਜੇ ਲੋਕ ਮਰਨ ਰਹੇ ਆ ਬਿਮਾਰੀ ਦੇ ਨਾਲ, ਤੁਹਾਡੇ ਕੋਲ ਬਿਮਾਰੀ ਨਾਲ ਲੜਨ ਲਈ ਪ੍ਰਬੰਧ ਕੋਈ ਨਹੀਂ ਹੈਗਾ, ਉਹ ਪੁੱਠੀਆਂ ਸਿੱਧੀਆਂ ਤੁਸੀਂ ਸਕੀਮਾਂ ਲੋਕਾਂ ਨੂੰ ਦੱਸਣ ਡਏ ਹੋ ਆ, ਤਾਂ ਫਿਰ ਦੇਸ਼ ਕਿੱਧਰਲੇ ਪਾਸੇ ਨੂੰ ਜਾਏਗਾ? ਹਜੇ ਤੱਕ ਤਾਂ ਇਹਨਾਂ ਨੇ ਸਿੱਖਿਆ ਕੁਝ ਨਹੀਂ। ਅੱਜ ਦੀ ਮੈਂ ਜਿਹੜੀ ਤੁਹਾਨੂੰ ਘਟਨਾ ਦੱਸ ਰਿਹਾ ਉਹ ਵੀ ਇਸ ਗੱਲ ਨਾਲ ਰਿਲੇਟਡ ਹੈਗੀ ਆ, ਉਹ ਵੀ ਇਸੇ ਤਰੀਕੇ ਵੱਲ ਇਸ਼ਾਰਾ ਕਰ ਰਹੀ। ਜਿਹੜੇ ਆ ਸੁਨੀਲ ਜਾਖੜ ਨੇ ਕਿਹਾ ਵੀ ਤੁਸੀਂ ਜਕਾਰੇ ਲਾ ਦਿਓ, ਤੁਸੀਂ ਜਿਹੜੇ ਹੈਗੇ ਆ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਜਿਹਨੂੰ ਮਰਜ਼ੀ ਬਿਲੋਂਗ ਕਰਦੇ ਤੁਸੀਂ ਜਗ੍ਹਾ, ਉਹਦੇ ਨਾਲ ਕੀ ਹੋਏਗਾ? ਬਈ ਤੂੰ ਸੁਨੀਲ ਜਾਖੜ ਜੇ ਕਿਤੇ ਇਸ ਗੱਲ ਦਾ ਐਲਾਨ ਕਰ ਦਿੰਦਾ ਵੀ ਅਸੀਂ ਕੋਈ ਵੀ ਮੈਨੂੰ ਹਸਪੀਟਲਾਂ ਦੀ ਲਿਸਟ ਭੇਜੋ ਜਿੱਥੇ ਪ੍ਰਬੰਧ ਹੈ ਨਹੀਂ, ਅਸੀਂ 24 ਘੰਟੇ ਦੇ ਵਿੱਚ ਜਾਂ 20 ਤਰੀਕ ਤੱਕ ਹੀ ਕਹਿ ਦਿਓ, ਅੱਜ 18 ਹੋ ਗਈ, 2 ਦਿਨ ਦੇ ਬਾਅਦ ਹੀ ਆ, ਵੀ ਅਸੀਂ 48 ਘੰਟਿਆਂ ਦੇ ਵਿੱਚ ਉੱਥੇ ਸਮਾਨ ਪਹੁੰਚਾ ਦਿਆਂਗੇ, ਤਾਂ ਅਸੀਂ ਤਾਰੀਫ ਕਰਦੇ, ਸੁਨੀਲ ਜਾਖੜ ਦੀ ਸਿਫਤ ਕਰਦੇ ਵੀ ਭਾਈ ਉਹਨੇ ਲੋਕਾਂ ਦੇ ਦਰਦ ਨੂੰ ਸਮਝਿਆ। ਕਿਉਂਕਿ ਕਰੋਨਾ ਤੋਂ ਜਿਹੜਾ ਛੁਟਕਾਰਾ ਆ, ਕਰੋਨਾ ਦਾ ਇਲਾਜ ਜਿਹੜਾ ਆ ਉਹ ਡਾਕਟਰਸ ਦੇ ਨਾਲ ਹੋਣਾ, ਡਾਕਟਰ ਨੂੰ ਦਿੱਤੇ ਹੋਏ ਸਮਾਨ ਦੇ ਨਾਲ ਹੋਣਾ, ਨਾ ਕਿ ਜਕਾਰੇ ਲਾਉਣਾ, ਨਾ ਤਾੜੀਆਂ ਨਾ ਥਾਲੀਆਂ ਨਾਲ, ਇਦਾਂ ਨਹੀਂ ਹੋਣਾ। ਔਰ ਇੱਥੋਂ ਇੱਕ ਹੋਰ ਡਬਲ ਜਿਹੜਾ ਇਹਨਾਂ ਦਾ ਡਬਲ ਸਟੈਂਡਰਡ ਮੈਨੂੰ ਨਜ਼ਰ ਆ ਰਿਹਾ, ਉਹ ਪੁਲਿਸ ਦਾ ਔਰ ਪ੍ਰਸ਼ਾਸਨ ਦਾ। ਇਹ ਪਤਾ ਨਹੀਂ ਬਈ ਕਿੱਦਾਂ ਇਹ ਇੰਨਾ ਕਿਉਂ ਜ਼ਿਆਦਾ ਜਿਹੜਾ ਹੈਗਾ ਇਹ ਤਕੜੇ ਲੋਕਾਂ ਦੇ ਥੱਲੇ ਲੱਗੇ ਹੋ ਆ। ਜਿੱਦਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆ ਫਗਵਾੜੇ ਦੇ ਵਿੱਚ, ਐਡੀ ਵੱਡੀ ਸਟਰੈਂਥ ਔਰ ਸਭ ਤੋਂ ਵੱਧ ਉੱਥੇ ਸਟੂਡੈਂਟ, ਔਰ ਜ਼ਿਲ੍ਹੇ ਦੇ ਐਸਐਸਪੀ ਔਰ ਡੀਸੀ ਸਾਹਿਬ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ, ਔਰ ਉਹਨਾਂ ਨੇ ਕਰਫਿਊ ਦੇ ਵਿੱਚ ਕੋਈ ਕਿਸੇ ਦੀ ਪਰਵਾਹ ਨਹੀਂ ਕੀਤੀ। ਔਰ ਅੱਜ ਨਤੀਜਾ ਕੀ ਨਿਕਲਿਆ ਵੀ ਲਵਲੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਕਰੋਨਾ ਦਾ ਕੇਸ ਜਿਹੜਾ ਆ ਪੋਜ਼ਿਟਿਵ ਪਾਇਆ ਗਿਆ, ਔਰ ਪੋਜ਼ਿਟਿਵ ਜਿਹੜਾ ਕੇਸ ਪਾਇਆ ਗਿਆ ਉਹਦੀ ਉਹਨਾਂ ਨੇ ਜਾਣਕਾਰੀ ਲੁਕੋ ਕੇ ਰੱਖੀ। ਜਦੋਂ ਜਾਣਕਾਰੀ ਲੁਕੋ ਕੇ ਰੱਖੀ, ਇਟ ਮੀਨਸ ਉਹਨਾਂ ਨੇ ਜਿਹੜਾ ਹੈਗਾ ਸਮੁੱਚੀ ਮਨੁੱਖਤਾ ਨੂੰ, ਫਗਵਾੜੇ ਦੇ ਸਮੁੱਚੇ ਲੋਕਾਂ ਨੂੰ ਇੱਕ ਮਤਲਬ ਡਰ ਦੇ ਮਾਹੌਲ ਦੇ ਵਿੱਚ, ਇੱਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਪਾਤਾ। ਆਲ ਓਵਰ ਆਪਣੇ ਹਿੰਦੁਸਤਾਨੀ ਕਹਿ ਸਕਦੇ, ਕਿਉਂਕਿ ਬਾਹਰਲੀਆਂ ਕੰਟਰੀਆਂ ਦੇ ਵੀ ਉੱਥੇ ਪੜ੍ਹਨ ਆਏ ਵਿਦਿਆਰਥੀ ਆਏ ਸੀ। ਮਤਲਬ ਨਹੀਂ, ਚਲੋ ਰਹਿੰਦੇ ਤਾਂ ਫਗਵਾੜੇ ਦੇ ਵਿੱਚ ਹੈ ਨਾ, ਮੈਂ ਤਦ ਕਹਿ ਰਿਹਾ ਵੀ ਪੂਰੇ ਫਗਵਾੜੇ ਦੇ ਲੋਕਾਂ ਨੂੰ ਉਹਨਾਂ ਨੇ ਖਤਰੇ 'ਚ ਪਾਤਾ। ਲੇਕਿਨ ਅੱਜ ਤੱਕ ਉਹਨਾਂ 'ਤੇ ਕਾਰਵਾਈ ਨਹੀਂ ਹੋਈ, ਲਵਲੀ ਯੂਨੀਵਰਸਿਟੀ ਦੇ ਉੱਤੇ ਕਾਰਵਾਈ ਨਹੀਂ ਹੋਈ। ਔਰ ਲਵਲੀ ਯੂਨੀਵਰਸਿਟੀ ਦੇ ਇਸ ਐਪੀਸੋਡ ਤੋਂ ਸਿੱਖਿਆ ਕੁਝ ਨਹੀਂ ਉਹਨਾਂ ਨੇ। ਤੁਸੀਂ ਸਿੱਖਣ ਦੀ ਗੱਲ ਕੀਤੀ ਨਾ, ਮੈਂ ਤਾਂ ਇਹ ਜ਼ਿਕਰ ਕੀਤਾ, ਉਤੋਂ ਨਹੀਂ ਕੁਛ ਸਿੱਖਿਆ। ਹਮੀਰਾ ਮਿੱਲ ਆ, ਹਮੀਰਾ ਮਿੱਲ ਜਿਹੜੀ ਆ ਉਹ ਵੀ ਆਪਣੇ ਜ਼ਿਲ੍ਹੇ 'ਚ ਪੈਂਦੀ ਆ। ਜਿਹੜੀ ਜਗਤਜੀਤ ਮਿੱਲ ਹੈਗੀ ਆ ਜਿੱਥੇ ਸ਼ਰਾਬ ਬਣਦੀ ਆ, ਉਹ ਮਿੱਲ ਜਿਹੜੀ ਆ ਉਹ ਸ਼ਰੇਆਮ ਚੱਲ ਰਹੀ ਆ, ਔਰ ਉੱਥੇ ਰੋਜ਼ ਜਿਹੜਾ ਹੈਗਾ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਅੰਦਰ ਜਾ ਰਿਹਾ ਔਰ ਬਾਹਰ ਆ ਰਿਹਾ। ਔਰ ਉੱਥੇ ਇਹਦਾ ਮਤਲਬ ਡੀਸੀ ਸਾਹਿਬ ਇਸ ਗੱਲ ਦੀ ਵੇਟ ਕਰ ਰਹੇ ਆ ਵੀ 2-4 ਕੇਸ ਉੱਥੋਂ ਵੀ ਨਿਕਲਣ, ਔਰ ਉੱਥੇ ਕੋਈ ਪੇਸ਼ੈਂਟ ਜਿਹੜੇ ਮਜ਼ਦੂਰ ਹੈਗੇ ਆ, ਕੋਈ ਕਿਤੇੋਂ ਆ ਰਿਹਾ, ਕੋਈ ਕਿਤੇੋਂ ਆ ਰਿਹਾ, ਉਹ ਕਰੋਨਾ ਕਿਤੇੋਂ ਲੈ ਕੇ ਵੀ ਉੱਥੇ ਆ ਸਕਦਾ, ਉੱਥੋਂ ਲੈ ਕੇ ਵੀ ਜਾ ਸਕਦਾ। ਇਹਦਾ ਮਤਲਬ ਡੀਸੀ ਸਾਹਿਬ ਮਾਨਯੋਗ ਸਾਡੇ ਜਿਹੜੇ ਜ਼ਿਲ੍ਹੇ ਦੇ ਡੀਸੀ ਨੇ ਜਾਂ ਐਸਐਸਪੀ ਸਾਹਿਬ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਬਈ ਇੱਕ ਕੇਸ ਉੱਥੋਂ ਵੀ ਨਿਕਲੇ ਤਾਂ ਉਹ ਵੀ ਜਾ ਕੇ ਵਰਤਾਰਾ ਕਰਨ ਜਾਂ ਕਿਤੋਂ ਲੈ ਕੇ ਆਉਣ ਕੇਸ। ਇਹਦਾ ਮਤਲਬ ਤਕੜੇ ਲੋਕਾਂ ਦੇ ਥੱਲੇ ਪ੍ਰਸ਼ਾਸਨ ਲੱਗਾ ਹੋਇਆ, ਔਰ ਸੂਬੇ ਦਾ ਸੀਐਮ ਤਾਂ ਜਿਹੜਾ ਹੈਗਾ ਇਸ ਗੱਲ ਵੱਲ ਧਿਆਨ ਹੀ ਨਹੀਂ ਦੇ ਰਿਹਾ। ਸਿੱਖਣਾ ਨਹੀਂ ਕਿੱਥੇ ਆ, ਸਿੱਖਣ ਤਾਂ ਤਦ ਜੇ ਇਹਨਾਂ ਦੇ ਗਰੂਰ ਜਿਹੜਾ ਮਨ ਦੇ ਵਿੱਚੋਂ ਨਿਕਲੇ, ਗਰੂਰ ਨਹੀਂ ਨਿਕਲ ਰਿਹਾ, ਇਸ ਕਰਕੇ ਕੁਛ ਨਹੀਂ ਸਿੱਖ ਰਿਹਾ। ਇਹਨਾਂ ਨੂੰ ਤਾਂ ਇੱਕੋ ਹੀ ਗੱਲ ਨਜ਼ਰ ਆਉਂਦੀ ਵੀ ਜਿਹੜਾ ਸਾਡੇ ਖਿਲਾਫ ਬੋਲਦਾ ਉਹਦੇ ਤੇ ਪਰਚਾ ਦੇ ਦਿਓ, ਜਾਂ ਉਹਨਾਂ ਨੂੰ ਧਮਕੀ ਦੇ ਦਿਓ, ਜਾਂ ਉਹਨਾਂ ਦੇ ਕੋਲੋਂ ਸਿਕਿਉਰਿਟੀ ਵਾਪਸ ਲੈ ਲਓ। ਅੱਜ ਜਿੱਦਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦੇ ਨਾਲ ਹੋਇਆ, ਉਹ ਇਹਨਾਂ ਨੇ ਕੀ ਕੀਤਾ, ਉਹ ਸਿਰਫ ਕੈਪਟਨ ਅਮਰਿੰਦਰ ਦੀ ਚੀਸ ਆ
ਬਈ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹੜੇ ਆ ਉਹਨਾਂ ਨੇ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਕਿ ਜਿਹੜਾ ਇਹਦੀ ਕਲੋਜ਼ਰ ਰਿਪੋਰਟ ਜਿਹੜੀ ਸਿਟੀ ਸੈਂਟਰ ਘੁਟਾਲੇ ਦੀ ਇਹਨਾਂ ਨੇ ਸਰਕਾਰ ਆਉਣ ਤੇ ਕਲੋਜ਼ਰ ਰਿਪੋਰਟ ਉੱਥੇ ਦੇਤੀ ਵੀ ਇਸ ਕੇਸ ਨੂੰ ਬੰਦ ਕਰ ਦਿੱਤਾ ਜਾਵੇ। ਮੈਂ ਤੁਹਾਡੀ ਜਾਣਕਾਰੀ ਦੇਣਾ ਚਾਹੁੰਦਾ ਵੀ ਜਿਹੜਾ ਇਹਨਾਂ ਤੇ ਉਹ ਪਰਚਾ ਦਰਜ ਹੋਇਆ ਨਾ ਸਿਟੀ ਸੈਂਟਰ ਘੁਟਾਲੇ ਦਾ, ਉਹਦੇ ਵਿੱਚ ਜਿਹੜਾ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕੀਤਾ, ਉਸ ਪੰਜਾਬ ਪੁਲਿਸ ਨੇ ਜਿਹੜਾ ਚਲਾਨ ਪੇਸ਼ ਕੀਤਾ ਉਹਦਾ weight ਪਤਾ ਕਿੰਨਾ ਸੀ? ਉਹਦਾ weight ਸੀ 42 ਕਿਲੋ। 42 ਕਿਲੋ ਕਾਗਜ਼ ਸੀਗੇ ਉਹ 42 ਕਿਲੋ ਕਾਗਜ਼ਾਂ ਦੀ ਗਿਣਤੀ ਕਿੰਨੀ ਹੋਏਗੀ, ਕਿੰਨੇ ਲੋਕਾਂ ਕੋਲ ਜਾਂਚ ਕੀਤੀ ਹੋਏਗੀ, ਬਿਆਨ ਲਏ ਹੋਣਗੇ, ਕਿਹਨਾਂ ਬਰੀਕੀਆਂ ਦੇ ਵਿੱਚੋਂ ਪੁਲਿਸ ਲੰਘੀ ਹੋਏਗੀ। ਔਰ ਉਹ ਪੰਜਾਬ ਦੀ ਪੁਲਿਸ ਜਿਹੜੀ 42 ਕਿਲੋ ਦਾ ਚਲਾਨ ਪੇਸ਼ ਕਰਦੀ ਆ ਬਈ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਔਰ ਉਹੀ ਪੰਜਾਬ ਪੁਲਿਸ ਜਿਹੜੀ ਆ 2 ਪੇਜਾਂ ਦੇ ਉੱਤੇ ਕੋਰਟ 'ਚ ਇਹ ਕਹਿੰਦੀ ਵੀ ਇਹਨੂੰ ਕਲੋਜ਼ ਕਰ ਦਿੱਤਾ ਜਾਵੇ। ਉਸ ਕੇਸ ਦੇ ਵਿੱਚ ਜਿਹੜਾ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੀ ਇਹ ਐਪਲੀਕੇਸ਼ਨ ਲਾਤੀ, ਰੈਕ ਪਾਈ ਆ ਵੀ ਇਸ ਮਾਮਲੇ ਨੂੰ ਕਲੋਜ਼ ਨਾ ਕੀਤਾ ਜਾਵੇ, ਉਹ ਕੈਪਟਨ ਅਮਰਿੰਦਰ ਦੀ ਚੀਜ਼ ਸੀ, ਜਿਹਦੇ ਕਰਕੇ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਸਿਕਿਉਰਿਟੀ ਵਾਪਸ ਲਈ। ਔਰ ਇਹਨਾਂ ਨੂੰ ਰਾਹ ਕੱਢ ਵੜੇ ਆ, ਅਫਸਰ ਰਸਤਾ ਦੱਸਦੇ ਆ ਬਈ ਆਪਾਂ ਸਿਕਿਉਰਿਟੀ ਸਿੱਧੀ ਦਾ ਵਾਪਸ ਲੈ ਨਹੀਂ ਸਕਦੇ, ਕਿਉਂਕਿ ਉਹ ਜਿਹੜੇ ਐਮਐਲਏ ਨੇ ਮੌਜੂਦਾ ਐਮਐਲਏ ਨੇ, ਔਰ ਐਮਐਲਏ ਦੀ ਸਿਕਿਉਰਿਟੀ ਕੋਈ ਹੋਮ ਮਿਨਿਸਟਰ ਨਹੀਂ ਦਿੰਦਾ, ਕੋਈ ਸੂਬੇ ਦਾ ਮੁੱਖ ਮੰਤਰੀ ਨਹੀਂ ਦਿੰਦਾ, ਕੋਈ ਸੂਬੇ ਦਾ ਡੀਜੀਪੀ ਨਹੀਂ ਦਿੰਦਾ। ਉਹ ਜਿਹੜੀ ਸਿਕਿਉਰਿਟੀ ਆ, ਉਹ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਇੱਕ ਪ੍ਰੋਟੋਕੋਲ ਹੈ ਵਿਧਾਨ ਸਭਾ ਦਾ। ਜਦੋਂ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਉਹਨੂੰ ਸਿਕਿਉਰਿਟੀ ਮਿਲਣੀ ਆ, ਔਰ ਉਹਦੀ ਸਿਕਿਉਰਿਟੀ ਵਿਡਰਾਅ ਨਹੀਂ ਕਰ ਸਕਦਾ, ਵਿਡਰਾਅ ਸਿਰਫ ਵਿਧਾਨ ਸਭਾ ਹੀ ਕਰ ਸਕਦੀ ਆ। ਤਾਂ ਵਿਧਾਨ ਸਭਾ ਦੇ ਕੋਲ ਕੋਈ ਆਰਡਰ ਹੈ ਨਹੀਂ। ਇਹਨਾਂ ਨੇ ਉਹਨਾਂ ਦੇ ਸਿਕਿਉਰਿਟੀ ਗਾਰਡ, ਆਪਾਂ ਆਡੀਓ ਸੁਣੀ ਆ, ਸਿਕਿਉਰਿਟੀ ਜਿਹੜੇ ਸਾਡੇ ਉਹ ਮੁਲਾਜ਼ਮ ਸੀਗੇ ਉਹਨਾਂ ਦੇ ਕੋਲੋਂ ਲਿਖਵਾਇਆ ਕਿ ਤੁਸੀਂ ਇਹ ਲਿਖ ਕੇ ਦਿਓ ਕਿ ਸਿਮਰਜੀਤ ਸਿੰਘ ਬੈਂਸ ਦੇ ਪਟਿਆਲੇ ਵਾਲੇ ਕਾਂਡ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹਦੇ ਤੋਂ ਸਾਡਾ ਮਨ ਦੁਖੀ ਹੋਇਆ, ਇਸ ਕਰਕੇ ਅਸੀਂ ਵਾਪਸ ਜਿਹੜਾ ਹੈਗਾ ਪੁਲਿਸ ਲਾਈਨ ਦੇ ਵਿੱਚ ਆਪਣੀ ਹਾਜ਼ਰੀ ਪਾ ਰਹੇ ਹਾਂ। ਇਹ ਲਿਖਵਾਇਆ ਗਿਆ, ਨਹੀਂ ਤਾਂ ਕਹਿੰਦੇ ਤੁਹਾਨੂੰ ਡਿਸਮਿਸ ਕਰ ਦਿਆਂਗੇ। ਆਹ ਕੰਮ ਹੋ ਰਿਹਾ ਪੰਜਾਬ ਦੇ ਵਿੱਚ। ਸਰਕਾਰ ਜਿਹੜੀ ਅੱਜ ਕਰੋਨਾ ਦੇ ਮਾਮਲੇ ਦੇ ਵਿੱਚ ਰਾਜਨੀਤੀ ਖੇਡ ਰਹੀ ਆ। ਉਹ ਭਾਈ ਸਿਮਰਜੀਤ ਸਿੰਘ ਬੈਂਸ ਨੇ ਸਿਰਫ ਤੁਹਾਨੂੰ ਇਹ ਦੱਸਿਆ ਵੀ ਆਹ ਕਿਤੇ ਨਾ ਕਿਤੇ ਕਮਜ਼ੋਰੀ ਆ ਰਹੀ ਆ। ਉਸ ਕਮਜ਼ੋਰੀ ਨੂੰ ਦੂਰ ਕਰਨ ਦੀ ਬਜਾਏ ਤੁਸੀਂ ਜਿਹੜਾ ਤੁਹਾਡੇ ਖਿਲਾਫ ਬੋਲਦਾ ਤੁਸੀਂ ਕਹਿੰਦੇ ਆ ਵੀ ਭਾਈ ਇਹਨੂੰ ਠੋਕ ਦਿਓ ਚੱਕ ਕੇ। ਉਹ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ, 22 ਤੋਂ ਬਾਅਦ ਕਿੱਥੇ ਜਾਓਗੇ? 22 ਤੋਂ ਬਾਅਦ ਕੀ ਹੋਏਗਾ? 22 ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਥੇ ਹੀ ਰਹਿਣਾ। ਪੰਜਾਬ ਦੇ ਲੋਕਾਂ ਨੇ ਦੁਬਾਰਾ ਫਤਵਾ ਦੇਣਾ, ਪਰ ਜੇ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਫਤਵਾ ਮਿਲੇਗਾ, ਜੇ ਇਦਾਂ ਦੇ ਕੰਮ ਕਰੋਗੇ ਫਿਰ ਲੋਕ ਨਕਾਰ ਦੇਣਗੇ, ਲੋਕ ਸੱਚਾਈ ਦਾ ਸਾਥ ਦੇਣਗੇ। ਇਸ ਕਰਕੇ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਕਰੋਨਾ ਜਿਹੜਾ ਹੈਗਾ ਇਹਦੇ ਤੋਂ ਸਿੱਖਣ ਦੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਇਹਨਾਂ ਨੂੰ ਸਿੱਖਣਾ। ਮੈਂ ਕਹਿੰਦਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੇਸ ਨਿਕਲਿਆ ਉਹਦੇ ਤੋਂ ਸਾਨੂੰ ਸਿੱਖ ਕੇ ਸਾਨੂੰ ਹਮੀਰਾ ਮਿਲ ਵੀ ਬੰਦ ਕਰਾਉਣੀ ਚਾਹੀਦੀ ਹੈ। ਹਮੀਰਾ ਮਿਲ ਚੱਲ ਰਹੀ ਆ, ਉੱਥੇ ਬਾਹਰੋਂ ਲੋਕ ਆ ਕੇ ਕੰਮ ਤੇ ਰੋਜ਼ ਆਉਂਦੇ ਆ ਤੇ ਜਾਂਦੇ ਆ। ਇਹ ਜ਼ਿਲ੍ਹੇ ਦਾ ਡੀਸੀ ਔਰ ਜ਼ਿਲ੍ਹੇ ਦਾ ਐਸਐਸਪੀ ਇਸ ਗੱਲ ਵੱਲ ਧਿਆਨ ਦੇਣ, ਮੈਂ ਤਾਂ ਇਹ ਗੱਲ ਕਹੂੰਗਾ। ਫਿਰ ਕਹਾਂਗੇ ਵੀ ਸਿੱਖਿਆ। ਜਿਸ ਤਰ੍ਹਾਂ ਤੁਸੀਂ ਬੈਂਸ ਉਹਨਾਂ ਦੀ ਗੱਲ ਕੀਤੀ, ਪਰ ਵਿਰੋਧੀ ਧਿਰ ਦਾ ਇਹ ਕਹਿਣਾ ਹੈ ਕਿ ਜੋ ਬੈਂਸ ਹੁਣੀ ਪਟਿਆਲਾ ਕਾਂਡ ਤੇ ਪਹਿਲਾਂ ਬਿਆਨ ਦਿੱਤਾ ਸੀ, ਸਗੋਂ ਉਹ ਨਹੀਂ ਸਿਆਸਤ ਕਰ ਰਹੇ, ਸਗੋਂ ਬੈਂਸ ਹੁਣੀ ਇਸ ਟਾਈਮ ਤੇ ਸਿਆਸਤ ਕਰ ਰਹੇ ਨੇ। ਨਹੀਂ, ਸਿਆਸਤ ਤਾਂ ਬੈਂਸ ਸਾਹਿਬ ਨੇ ਤਾਂ ਇਹ ਗੱਲ ਕਹੀ ਵੀ ਜੋ ਪੁਲਿਸ ਨੇ ਜਿਹੜਾ ਤਸ਼ੱਦਦ ਕੀਤਾ ਉਹ ਤਸ਼ੱਦਦ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੇ ਇਹ ਗੱਲ ਤਾਂ ਕਹੀ ਨਹੀਂ ਵੀ ਜੋ ਨਿਹੰਗ ਸਿੰਘ ਨੇ ਕੀਤਾ ਉਹ ਚੰਗਾ ਕੀਤਾ, ਇਹ ਤਾਂ ਗੱਲ ਕਹੀ ਨਹੀਂ। ਇਹ ਕਿਤੇ ਵੀ ਉਹ ਸਟੇਟਮੈਂਟ ਦਿਖਾ ਦੇਣ। ਬੈਂਸ ਸਾਹਿਬ ਨੇ ਤਾਂ ਇੱਕੋ ਗੱਲ ਕਹੀ ਵੀ ਜੋ ਨਿਹੰਗ ਸਿੰਘ ਨੇ ਕੀਤਾ ਇਹ ਨਹੀਂ ਉਹਨਾਂ ਨੇ ਕਿਹਾ ਵੀ ਚੰਗਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜੋ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਉੱਤੇ ਤਸ਼ੱਦਦ ਢਾਇਆ ਉਹ ਜਿਹੜਾ ਉਹ ਮਾੜਾ ਸੀ, ਔਰ ਸ਼ਾਇਦ ਹੋ ਸਕਦਾ ਉਹਦਾ ਰੋਸ਼ ਹੈ ਲੋਕਾਂ ਦੇ ਵਿੱਚ। ਇਹ ਗੱਲ ਹੋਈ ਹੈ, ਇਦੋਂ ਜ਼ਿਆਦਾ ਤਾਂ ਹੋਈ ਕੋਈ ਨਹੀਂ। ਇਦੋਂ ਵੱਧ ਕੋਈ ਗੱਲ ਨਹੀਂ। ਨਾ ਨਿਹੰਗ ਸਿੰਘ ਦੇ ਹੱਕ ਦੇ ਵਿੱਚ ਬੈਂਸ ਸਾਹਿਬ ਨੇ ਕੁਝ ਕਿਹਾ, ਨਾ ਨਿਹੰਗ ਸਿੰਘ ਦੀ ਕੋਈ ਉਹਨਾਂ ਦੇ ਕੰਮ ਦੀ ਕੋਈ ਪ੍ਰਸ਼ੰਸਾ ਕੀਤੀ ਹੈ, ਨਾ ਉਹਦੀ ਹਮਾਇਤ ਕੀਤੀ ਹੈ। ਇਦਾਂ ਦਾ ਕੋਈ ਨਹੀਂ ਹੋਇਆ। ਇਹ ਸਿਰਫ ਤੇ ਸਿਰਫ ਇੱਕੋ ਹੀ ਕੈਪਟਨ ਅਮਰਿੰਦਰ ਦੀ ਚੀਜ਼ ਆ, ਔਰ ਕੈਪਟਨ ਅਮਰਿੰਦਰ ਦੀ ਜਿਹੜੀ ਚੀਜ਼ ਆ ਉਹ ਸਿਰਫ ਸਿਟੀ ਸੈਂਟਰ ਘੁਟਾਲੇ ਨੂੰ ਲੈ ਕੇ ਆ। ਉਹ ਇਹ ਨਹੀਂ, ਇਸ ਗੱਲ ਨੂੰ ਲੈ ਕੇ ਨਹੀਂ ਹੈਗੀ ਕਿ ਬੈਂਸ ਸਾਹਿਬ ਨੇ ਵੀ ਪੁਲਿਸ ਦਾ ਨਾਲ ਆ ਹੋਇਆ ਤੇ ਇਸ ਕਰਕੇ ਨਾ, ਉਹਦੀ ਆਪਣੀ ਪਰਸਨਲ ਚੀਜ਼ ਹੈਗੀ ਆ, ਉਹਦਾ ਨਤੀਜਾ ਹੈ, ਹੋਰ ਕੁਝ ਨਹੀਂ। ਜੇਕਰ ਆਪਾਂ ਗੱਲ ਕਰੀਏ ਜੋ ਉਸ ਟਾਈਮ ਬੈਂਸ ਹੁਣੀ ਕਿਹਾ ਸੀਗਾ ਵੀ ਇਹ ਜਿਹੜੇ ਨਿਹੰਗ ਉਸ ਟਾਈਮ ਇਸ ਵਾਰਦਾਤ ਵਿੱਚ ਸ਼ਾਮਲ ਸੀਗਾ, ਉਹਨਾਂ ਦੇ ਨਾਲ ਜੋ ਉਸ ਗੁਰਦੁਆਰੇ ਵਿੱਚੋਂ ਜੋ ਇੱਕ ਆਪਣੀ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਵਿੱਚ ਔਰਤਾਂ ਵੀ ਸੀ, ਸੋ ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਸੋ ਪਰਸੋਂ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ। ਸੋ ਇਹ ਕਹਿ ਸਕਦੇ ਹੋ ਵੀ ਬੈਂਸ ਨੇ ਜਿੱਤੇ ਉਹਦੇ ਲਈ? ਨਹੀਂ, ਅਸੀਂ ਤਾਂ ਦੇਖੋ ਬੈਂਸ ਸਾਹਿਬ ਨੇ ਸੱਚਾਈ ਹਮੇਸ਼ਾ ਬੋਲੀ ਆ ਤੇ ਸੱਚਾਈ ਹੀ ਹਮੇਸ਼ਾ ਬੋਲਦੇ ਆ। ਜੇ ਇਹ ਗੱਲ ਉਹਨਾਂ ਨੇ ਕਹੀ ਵੀ ਜੇ ਘਟਨਾ ਦੀ ਮੌਕੇ ਦੇ ਉੱਤੇ ਜਿਹੜੇ ਲੋਕ ਸੀ ਉਹਨਾਂ ਦੇ ਪਰਚਾ ਦਰਜ ਹੋਵੇ, ਉਹਨਾਂ ਤੇ ਕਾਰਵਾਈ ਹੋਵੇ, ਇਹ ਤਾਂ ਕਾਨੂੰਨੀ ਮੈਟਰ ਹੋ ਗਿਆ। ਉਹ ਤੁਸੀਂ ਉਹਨਾਂ ਨੂੰ ਡੇਰੇ ਤੋਂ ਬੈਠਿਆਂ ਨੂੰ ਚੁੱਕ ਕੇ ਲੈ ਆਏ, ਫਿਰ ਹੁਣ ਛੱਡਿਆ ਇਸੇ ਕਰਕੇ ਛੱਡਿਆ ਨਾ, ਹੁਣ ਇਸੇ ਕਰਕੇ। ਔਰ ਦੂਸਰੀ ਗੱਲ, ਅਣਮਨੁੱਖੀ ਤਸੀਹੇ ਪੁਲਿਸ ਜਿਹੜੀ ਹੈਗੀ ਆ, ਇਹ ਤਾਂ ਹੁਣ ਤਾਂ ਸ਼ਰੇਆਮ ਹੋ ਗਿਆ ਨਾ। ਹੁਣ ਤਾਂ ਵੀਡੀਓ ਬਣਾਉਣਾ ਆਪੇ ਪੁਲਿਸ ਨੇ ਪਾਤੀਆਂ।
ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਪੁਲਿਸ ਨੇ ਇੱਕ ਨੌਜਵਾਨ ਮੁੰਡੇ ਨੂੰ ਚੁੱਕ ਕੇ ਇਦਾਂ ਖੇਤਾਂ ਵੱਲ ਨੂੰ ਸ਼ਾਇਦ ਜਾ ਰਿਹਾ ਸੀ, ਉਹਨੂੰ ਸਾਈਡ ਤੇ ਲਾ ਕੇ ਉਹਦੀਆਂ ਲੱਤਾਂ ਉੱਪਰ ਚੱਕ ਕੇ ਉਹਦੀਆਂ ਅੱਡੀਆਂ ਦੇ ਉੱਤੇ ਡੰਡੇ ਮਾਰੇ ਜਾ ਰਹੇ ਆ, ਅੱਡੀਆਂ ਦੇ ਉੱਤੇ ਡੰਡੇ ਮਾਰੇ। ਇਹ ਕੋਈ ਮਨੁੱਖੀ ਵਤੀਰਾ ਆ? ਇਹ ਮਨੁੱਖੀ ਵਤੀਰਾ ਨਹੀਂ ਹੈਗਾ। ਇੱਕ ਇੱਕ ਜਿਹੜਾ ਕੋਈ ਸਿਆਣਾ ਬੰਦਾ, ਇੱਕ ਬਜ਼ੁਰਗ ਆ, ਉਹਨੂੰ ਤੁਸੀਂ ਗਾਲਾਂ ਉਹ ਕੱਢ ਰਹੇ ਹੋ ਜਿਹੜੀਆਂ ਕਦੀ ਕੋਈ ਬੰਦਾ ਸਿਆਣਾ ਬੰਦਾ ਪੜ੍ਹਿਆ ਲਿਖਿਆ ਬੰਦਾ ਕੱਢੂਗਾ ਨਹੀਂ। ਅਨਪੜ੍ਹ ਗਵਾਰਾਂ ਵਾਂਗੂ ਤੁਸੀਂ ਕਿਸੇ ਨੂੰ ਗਾਲਾਂ ਕੱਢ ਰਹੇ ਹੋ। ਤੁਸੀਂ ਉਹ ਲਫ਼ਜ਼ ਬੋਲ ਰਹੇ ਹੋ ਜਿਹੜੇ ਆਪਾਂ ਸਮਾਜ ਦੇ ਵਿੱਚ ਇੱਕ ਦੂਜੇ ਨਾਲ ਕਹਿਣਾ ਸੁਣਨਾ ਪਸੰਦ ਨਹੀਂ ਕਰਦੇ। ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਜੇ ਪੰਜਾਬ ਪੁਲਿਸ ਜਿੱਥੇ ਚੰਗਾ ਕੰਮ ਕਰਦੀ ਆ, ਅਸੀਂ ਉਹਦੀ ਪ੍ਰਸ਼ੰਸਾ ਵੀ ਕਰਦੇ ਹਾਂ। ਜਿੱਥੇ ਪੰਜਾਬ ਪੁਲਿਸ ਨੇ, ਮੈਂ ਲੋਹਗੜ੍ਹ ਦੇ ਵਿੱਚ ਜਿਹੜਾ ਧਰਮਕੋਟ ਦੇ ਵਿੱਚ ਕਾਂਡ ਹੋਇਆ, ਜਿੱਥੇ ਰਾਤ ਨੂੰ ਬੱਚੇ ਨੂੰ 1:30 ਵਜੇ ਇੱਕ ਔਰਤ ਨੇ ਜਨਮ ਦਿੱਤਾ, ਮੈਂ ਉੱਥੇ 2 ਪੁਲਿਸ ਮੁਲਾਜ਼ਮਾਂ ਨੂੰ ਸੈਲਿਊਟ ਕਰਦਾ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਉਸ ਔਰਤ ਦੀ ਉਸ ਮੌਕੇ ਤੇ ਹੈਲਪ ਕੀਤੀ ਜਦੋਂ ਡਾਕਟਰਾਂ ਨੇ ਗੇਟ ਬੰਦ ਕਰ ਲਏ। ਉਹਨਾਂ ਨੇ ਉਸ ਵੇਲੇ ਹੈਲਪ ਕੀਤੀ ਔਰ ਮੈਂ ਉਹਨਾਂ ਨੂੰ ਸੈਲਿਊਟ ਕਰਦਾ। ਕਈ ਪੁਲਿਸ ਮੁਲਾਜ਼ਮ ਇੱਦਾਂ ਦੇ ਆ ਜਿਨ੍ਹਾਂ ਨੇ ਆਪਣਾ ਬਲੱਡ ਵੀ ਦਾਨ ਕੀਤਾ, ਮੈਂ ਉਹਨਾਂ ਨੂੰ ਸੈਲਿਊਟ ਕਰਦਾ। ਲੇਕਿਨ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਮਨੁੱਖੀ ਵਤੀਰਾ ਨਹੀਂ ਕਰ ਰਹੇ, ਅਣਮਨੁੱਖੀ ਵਤੀਰਾ ਕਰ ਰਹੇ ਆ, ਉਹਨਾਂ ਨੂੰ ਮੈਂ ਇਸ ਗੱਲ ਦੀ ਬੇਨਤੀ ਵੀ ਕਰਦਾ ਕਿ ਇਹ ਕੰਮ ਨਾ ਕਰੋ। ਇਨਸਾਨੀਅਤ ਨੂੰ ਜਿੰਦਾ ਰੱਖੋ। ਡਿਊਟੀ ਹੈਗੀ ਆ ਲੇਕਿਨ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ। ਇਨਸਾਨੀਅਤ ਨੂੰ ਨਾ ਮਾਰਿਓ। ਸੋ ਜੇਕਰ ਮੈਂ ਗੱਲ ਕਰਾਂ ਆਲ ਓਵਰ ਹੁਣ ਤੱਕ ਦੇ ਜਿੰਨੇ ਵੀ ਜਦੋਂ ਤੱਕ ਦੀ ਕਰੋਨਾ ਬਿਮਾਰੀ ਇੱਥੇ ਭਾਰਤ ਵਿੱਚ ਆਈ, ਜਾਂ ਗੱਲ ਕਰੀਏ ਪੰਜਾਬ ਦੀ, ਸੋ ਤੁਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀਆਂ ਜੋ ਰਣਨੀਤੀਆਂ ਨੇ, ਜੋ ਹੁਣ ਤੱਕ ਉਹਨੀ ਸਹੂਲਤਾਂ ਵਗੈਰਾ ਦਿੱਤੀ, ਉਹ ਤੋਂ ਕਿੰਨੇ ਕੁ ਤੱਕ ਸਹਿਮਤ ਹੋ, ਜਾਂ ਫਿਰ ਕਹਿ ਸਕਦੇ ਹੋ ਕਿ ਹਾਂ ਲੋਕਾਂ ਤੱਕ ਉਹ ਪਹੁੰਚ ਰਹੀਆਂ ਜਾਂ ਫਿਰ ਨਹੀਂ? ਦੇਖੋ, ਮੈਂ ਇਨ ਸ਼ਾਰਟ ਮੈਂ ਇੱਕ ਗੱਲ ਕਹਾਂਗਾ ਵੀ ਸਰਕਾਰ ਜਿਹੜੀ ਹੈਗੀ ਆ, ਸਰਕਾਰ ਹੁੰਦੀ ਆ ਉਹ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖੇ। ਮੈਂ ਪਹਿਲੇ ਦਿਨ ਵੀ ਇੱਕ ਗੱਲ ਕਹੀ ਸੀ, ਅੱਜ ਵੀ ਇੱਕ ਗੱਲ ਕਹਿੰਦਾ ਵੀ ਕੇਂਦਰ ਦੀ ਸਰਕਾਰ ਕਰੋਨਾ ਦੇ ਮਾਮਲੇ ਦੇ ਵਿੱਚ ਜਿਹੜਾ ਲੋਕਾਂ ਨੂੰ ਮੈਸੇਜ ਦੇ ਰਹੀ ਆ ਉਹ ਬਿਲਕੁਲ ਗਲਤ ਹੈ। ਵੀ ਕਰੋਨਾ ਦੇ ਮਾਮਲੇ ਦੇ ਵਿੱਚ ਮੈਸੇਜ ਦੇ ਰਹੀ ਆ ਵੀ ਤੁਸੀਂ ਤਾੜੀਆਂ ਥਾਲੀਆਂ ਜਾਂ ਗ੍ਰਹਿਾਂ ਦੇ ਚੱਕਰ ਦੇ ਵਿੱਚ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਅੰਧ ਵਿਸ਼ਵਾਸ ਵੱਲੋਂ ਧਕੇਲਿਆ ਜਾ ਰਿਹਾ। ਇੱਕ ਦੂਸਰੀ ਗੱਲ, ਜੇ ਪ੍ਰਬੰਧ ਕਰਨੇ ਆ ਉਹ ਸਾਨੂੰ ਦੱਸੇ ਵੀ ਇੰਨੇ ਦਿਨਾਂ ਦੇ ਵਿੱਚ ਕਿੰਨੇ ਹਸਪੀਟਲਾਂ ਦੇ ਵਿੱਚ ਤੁਸੀਂ ਵੈਂਟੀਲੇਟਰ, ਕਿੰਨੇ ਡਾਕਟਰਸ ਨੂੰ ਜਾਂ ਕਿੰਨੀਆਂ ਸਟਾਫ ਨਰਸ ਨੂੰ, ਕਿੰਨੇ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਸਾਡੇ ਨਰਸਿੰਗ ਸਟਾਫ ਹੈਗਾ, ਉਹਨਾਂ ਨੂੰ ਕਿਹੜੀਆਂ ਪ੍ਰੋਟੈਕਸ਼ਨ ਕਿੱਟਾਂ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਤੁਸੀਂ। ਦੂਸਰੀ ਗੱਲ ਬਈ ਕਿੰਨੀਆਂ ਤੁਸੀਂ ਐਂਬੂਲੈਂਸ ਸੇਵਾਵਾਂ ਜਿਹੜੀਆਂ ਹੁਣ ਤੱਕ ਮੁਹੱਈਆ ਕਰਵਾਈਆਂ, ਕਿੰਨੇ ਲੋਕਾਂ ਦੇ ਤੁਸੀਂ ਟੈਸਟ ਕਰ ਰਹੇ ਹੋ। ਅੱਜ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਭਾਰਤ ਦੇਸ਼ ਦੇ ਅੰਦਰ ਜਿਹੜੇ ਕੇਸ ਆ ਕਾਫੀ ਘੱਟ ਗਿਣਤੀ 'ਚ ਆ, ਉਹ ਜਦੋਂ ਟੈਸਟ ਘੱਟ ਗਿਣਤੀ 'ਚ ਹੋ ਰਿਹਾ ਉਹਦੇ ਅਕੋਰਡਿੰਗ ਕੇਸ ਨਿਕਲਣੇ ਆ। ਟੈਸਟ ਤੁਸੀਂ ਕਰ ਨਹੀਂ ਰਹੇ ਕਿਸੇ ਦੇ, ਠੀਕ ਆ, ਆਪਣੇ ਤਰੀਕੇ ਦੇ ਨਾਲ। ਜੇ ਕਿਸੇ ਦਾ ਕਰਨਾ ਤਾਂ ਕਰ ਰਹੇ, ਕਿਸੇ ਦਾ ਨਹੀਂ ਕਰ ਰਹੇ। ਜੇ ਲੋਕਾਂ ਦੀ ਤੁਸੀਂ ਸਕੈਨਿੰਗ ਕਰੋਗੇ ਤੁਹਾਨੂੰ ਪਤਾ ਲੱਗ ਜਾਊ ਬਈ ਉੱਥੇ ਕੀ। ਔਰ ਦੂਸਰੀ ਇਹੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਵੀ ਲਾਗੂ ਹੋ ਰਹੀ ਆ। ਸੂਬੇ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਵੀ ਦੱਸੇ ਵੀ ਕਿੰਨਿਆਂ ਨੂੰ ਕੀ ਦੇ ਰਹੇ, ਕਿੰਨਿਆਂ ਨੂੰ ਕੀ ਦੇ ਰਹੇ। ਕੋਈ ਪ੍ਰੋਟੈਕਸ਼ਨ ਕਿੱਟਾਂ, ਕੋਈ ਸੈਨੀਟਾਈਜ਼ਰ, ਕੋਈ ਮਾਸਕ, ਕੋਈ ਗਲਵਜ਼, ਜਾਂ ਕੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਕਿੰਨਿਆਂ ਦੇ ਵਿੱਚ ਦਿੱਤੇ ਆ। ਔਰ ਦੂਸਰੀ ਗੱਲ ਬਈ ਆਪਾਂ ਕਰਫਿਊ ਲਗਾਤਾ, ਲੋਕਡਾਊਨ ਕਰ ਦਿੱਤਾ, ਕੰਮ ਸਾਰੇ ਠੱਪ ਹੋ ਗਏ। ਸਾਡੀ ਸਰਕਾਰ ਕੇਂਦਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ, ਸਾਰਿਆਂ ਨੂੰ ਪਤਾ ਬਈ ਕਿਹੜੇ ਪਰਿਵਾਰ ਗਰੀਬ ਆ, ਉਹਦਾ ਇੱਕੋ ਹੀ ਪੈਮਾਨਾ ਆ। ਸਾਰੇ ਹਰ ਘਰ ਦੇ ਵਿੱਚ ਇੱਕ ਅੱਧਾ ਖਾਤਾ ਹੈਗਾ ਆ। ਔਰ ਖਾਤਿਆਂ ਦੇ ਵਿੱਚ ਸਾਨੂੰ ਪਤਾ, ਪਿਛਲੇ ਤੁਸੀਂ 1 ਸਾਲ ਦੀ ਸਟੇਟਮੈਂਟ ਕਢਵਾ ਕੇ ਦੇਖ ਲਓ। 1 ਸਾਲ 'ਚ ਸਾਨੂੰ ਪਤਾ ਲੱਗ, ਜਿਹੜਾ ਬੰਦਾ ਚੰਗਾ ਖਾਂਦਾ ਪੀਂਦਾ ਉਹ ਆਪਣੇ ਖਾਤੇ 'ਚ ਵੀ 5-7-10 ਹਜ਼ਾਰ ਰੁਪਇਆ ਇੱਕ ਅੱਧਾ ਜਮ੍ਹਾਂ ਕਰਵਾ ਦਿੰਦਾ। ਜੇ ਕਿਸੇ ਖਾਤੇ ਦੇ ਵਿੱਚ ਪੈਸਾ ਨਹੀਂ ਹੈਗਾ, ਇਹਦਾ ਮਤਲਬ ਉਹ ਬੰਦਾ ਜਿਹੜਾ ਹੈਗਾ ਉਹ ਗਰੀਬ ਆ। ਤੇ ਅੱਜ ਕਿਸੇ ਦੇ ਖਾਤੇ ਦੇ ਵਿੱਚ ਕੋਈ 2000 ਰੁਪਇਆ ਪਾਇਆ ਕਿਸੇ ਸਰਕਾਰ ਨੇ ਵੀ ਆਹ ਲੈ ਫੜ ਚੱਕ ਭਾਈ, ਲੋਕਡਾਊਨ ਹੋਇਆ ਆ, ਕਰਫਿਊ ਲੱਗਾ ਆ, ਆਹ ਲੈ ਫੜ ਆਪਣੇ ਘਰ ਦਾ ਰਾਸ਼ਨ ਲੈ। ਨਹੀਂ ਪਾਇਆ। ਕਿੱਥੇ ਸਹੂਲਤ ਗਈ? ਕੇਂਦਰ ਦੀ ਸਰਕਾਰ ਨੇ ਕਿਸੇ ਨੂੰ ਪਾਇਆ? ਨਹੀਂ ਪਾਇਆ। ਕਿੱਥੇ ਗਈ ਸਹੂਲਤ? ਕੇਂਦਰ ਦੀ ਸਰਕਾਰ ਨੇ ਕਹਿਤਾ ਤੁਹਾਨੂੰ ਗੈਸ ਸਿਲੰਡਰ, ਉਹ ਗੈਸ ਸਿਲੰਡਰ ਬਾਲ ਕੇ ਉਹਦੇ ਤੇ ਰੱਖਣਾ ਕੀ ਆ? ਦਾਲ ਕਿੱਥੋਂ ਲਿਆਉਣੀ ਆ? ਉਹ ਸਬਜ਼ੀ ਕਿੱਥੋਂ ਲਿਆਉਣੀ ਆ? ਨਮਕ ਮਿਰਚ ਕਿੱਥੋਂ ਲਿਆਉਣਾ? ਸਾਬਣ ਤੇਲ ਕਿੱਥੋਂ ਲਿਆਉਣਾ? ਕੱਲਾ ਗੈਸ ਹੀ ਬਾਲੀ ਜਾਈਏ? ਕੱਲਾ ਗੈਸ ਬਾਲ ਕੇ ਭੁੱਖ ਮਿਟ ਜੂਗੀ? ਨਹੀਂ ਮਿਟਣੀ ਹੈਗੀ। ਸਾਨੂੰ ਹੋਰ ਵੀ ਜ਼ਰੂਰਤ ਦੇ ਸਮਾਨ ਹੈਗੇ ਆ। ਕੱਲਾ ਗੈਸ ਸਿਲੰਡਰ ਦੇ ਮੈਂ ਬਹੁਤ ਜਗ੍ਹਾ ਸੁਣ ਰਿਹਾ ਸੀ ਵੀ ਗੈਸ ਸਿਲੰਡਰ ਦੇ ਪੈਸੇ ਪਾਤੇ ਜੀ। ਉਹ ਗੈਸ ਸਿਲੰਡਰ ਦੇ ਉੱਪਰ ਰੱਖਣ ਨੂੰ ਵੀ ਕੁਝ ਦੇ ਦਿਓ, ਪਤੀਲੇ ਦੇ ਵਿੱਚ ਵੀ ਕੋਈ ਪਾਉਣਾ ਕਿ ਨਹੀਂ ਪਾਉਣਾ। ਇਸ ਕਰਕੇ ਜਿਹੜੀਆਂ ਆਪਾਂ ਕਹਿੰਦੇ ਆ ਰਵਾਇਤਾਂ, ਸਹੂਲਤਾਂ, ਲੋਕਾਂ ਨੂੰ ਸਹੂਲਤਾਂ ਦੇ ਨਾਮ ਦੇ ਉੱਤੇ ਫਿਲਹਾਲ ਜਿਹੜਾ ਹੈਗਾ ਸਰਕਾਰਾਂ ਉਹ ਓਨੇ ਪੋਜ਼ਿਟਿਵ ਜਿਹੜੇ ਹੈਗੇ ਆ ਉਹ ਰਿਜ਼ਲਟ ਨਹੀਂ ਦੇ ਪਾਈਆਂ ਜਿੰਨੇ ਦੇਣੇ ਚਾਹੀਦੇ ਆ। ਕਰੋਨਾ ਜਿਹੜਾ ਹੈਗਾ, ਕਰੋਨਾ ਬਿਮਾਰੀ ਜਿਹੜੀ ਆ ਨਿਕਲ ਜਾਣੀ, ਲੇਕਿਨ ਸਾਨੂੰ ਬਹੁਤ ਕੁਝ ਸਿਖਾ ਕੇ ਜਾਊਗੀ ਸਾਨੂੰ। ਕਰੋਨਾ ਦੀ ਜਿਹੜੀ ਬਿਮਾਰੀ ਆ, ਆਪਾਂ ਰਲ ਮਿਲ ਕੇ ਇਹਦੇ ਤੋਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਲੇਕਿਨ ਸਰਕਾਰ ਦਾ ਬਹੁਤ ਵੱਡਾ ਰੋਲ ਹੋ ਸਕਦਾ ਸੀ ਜੇ ਸਰਕਾਰ ਜਿਹੜਾ ਹੈਗਾ ਉਹ ਪੋਜ਼ਿਟਿਵ ਜਿਹੜੇ ਹੈਗੇ ਆ ਆਪਣਾ ਮਾਈਂਡ ਰੱਖ ਕੇ, ਸਿਰਫ ਪਾਰਟੀਬਾਜ਼ੀ ਨੂੰ ਸਾਹਮਣੇ ਨਾ ਰੱਖ ਕੇ ਕੋਈ ਇੱਦਾਂ ਦੇ ਉਪਰਾਲੇ ਕਰੇ ਤਾਂ ਜਿਹੜਾ ਕਰੋਨਾ ਇਹ ਤੋਂ ਆਪਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਕੋਈ ਵੱਡੀ ਗੱਲ ਨਹੀਂ ਹੈਗੀ। ਲੋਕ ਜਿਹੜਾ ਸਹਿਯੋਗ ਕਰ ਰਹੇ ਆ, ਲੇਕਿਨ ਸਰਕਾਰ ਇੱਥੇ ਕਿਤੇ ਨਾ ਕਿਤੇ ਜਿਹੜਾ ਉਹ ਲੋਕਾਂ ਨੂੰ ਸਹੂਲਤ ਦੇਣ ਦੇ ਵਿੱਚ ਹਜੇ ਤੱਕ ਕਾਮਯਾਬ ਨਹੀਂ ਹੋਈ।
ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਹੁਣ ਇਸ ਟਾਈਮ ਕਣਕਾਂ ਪੱਕ ਚੁੱਕੀਆਂ ਨੇ ਤੇ ਮੰਡੀ ਕਰਨੀ ਸ਼ੁਰੂ ਹੋ ਚੁੱਕੀ ਹੈ ਤਾਂ ਕਿਸਾਨਾਂ ਨੂੰ ਵੀ ਜਾ ਕੇ ਜੋ ਮੰਡੀ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਪਾਸ ਬਣਾਉਣ ਲਈ ਕਿਹਾ ਗਿਆ ਸੀ ਤੇ ਦਿਨ ਇੱਕ ਕਿਸਾਨ ਨੂੰ ਸਿਰਫ 50 ਕੁਇੰਟਲ ਕਣਕ ਇੱਕ ਵਾਰ ਜੋ ਮੰਡੀ ਵਿੱਚ ਰੱਖਣੀ ਵੇਚਣ ਲਈ ਕਿਹਾ ਗਿਆ ਹੈ। ਸੋ ਉਹਦੇ ਲਈ ਵੀ ਕਿਸਾਨਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਰਣਨੀਤੀ ਨਹੀਂ ਨਾ ਬਣ ਰਹੀ ਸਹੀ ਤਰੀਕੇ ਨਾਲ ਵੀ ਕਿਸਾਨ ਨੂੰ ਕਿਹਾ ਵੀ ਤੂੰ ਸਿਰਫ 50 ਕੁਇੰਟਲ ਲੈ ਕੇ ਆਉਣੀ ਆ। ਕਿਸਾਨ ਇੱਕ ਵਾਰੀ ਤਾਂ ਗੇੜਾ ਲਾਓ, ਦੂਜੀ ਵਾਰੀ ਕਿੱਥੇ ਲੈ ਜਾਊਗਾ? ਕਿ ਮੰਨ ਲਓ ਇੱਕ ਕਿਸਾਨ ਦੀ ਫਸਲ ਖੜੀ ਆ, ਫਸਲ ਪੱਕੀ ਹੋਈ ਆ, ਠੀਕ ਹੈ, ਔਰ ਉੱਪਰੋਂ ਜਿਹੜਾ ਹੈਗਾ ਮੰਨ ਲਓ ਬਾਰਿਸ਼ ਆ ਗਈ, ਜਦੋਂ ਰਾਤ ਆ ਗਈ ਸੀ ਬਾਰਿਸ਼ ਆ ਗਈ, ਉਹਦੀ ਖੜੀ ਫਸਲ ਖਰਾਬ ਹੋ ਜੂਗੀ। ਰਣਨੀਤੀ ਨਹੀਂ ਬਣ ਰਹੀ। ਰਣਨੀਤੀ ਬੈਠ ਕੇ ਸਾਡੇ ਰਣਨੀਤੀਕਾਰ ਜਿਹੜੇ ਆ ਉਹ ਬੈਠ ਕੇ ਚੰਗੀ ਰਣਨੀਤੀ ਬਣਾਉਣ। ਜੇ ਕਿਸਾਨ ਨੇ ਫਸਲ ਆਪਣੇ ਧੀਆਂ ਪੁੱਤਾਂ ਵਾਂਗੂ ਪਾਲੀ ਆ, ਉਹਨੇ ਵੇਚਣੀ ਵੀ ਆ, ਤੇ ਜੇ ਉਹਦੀ ਫਸਲ ਪੱਕੀ ਉਹ ਖਰਾਬ ਹੋ ਗਈ ਤਾਂ ਉਹ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਸਤੇ 'ਤੇ ਚੱਲ ਰਿਹਾ ਸੀ। ਤੋ ਇਹਦਾ ਮਤਲਬ ਇਹ ਆ ਵੀ ਸਾਡੀ ਰਣਨੀਤੀਕਾਰ ਜਿਹੜੇ ਹੈਗੇ ਆ ਉਹ ਰਣਨੀਤੀ ਨੂੰ ਸਹੀ ਤਰੀਕੇ ਨਾਲ, ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਕਿੰਨੇ ਟਨ ਜਿਹੜੀ ਹੈਗੀ ਆ ਉਹ ਕਣਕ ਦੀ ਪੈਦਾਵਾਰ ਹੁੰਦੀ ਆ, ਉਹਦੇ ਵਿੱਚ ਸਰਕਾਰੀ ਖਰੀਦ ਕਿੰਨੀ ਆ, ਪ੍ਰਾਈਵੇਟ ਏਜੰਸੀਆਂ ਦੀ ਖਰੀਦ ਕਿੰਨੀ, ਸਾਨੂੰ ਸਾਰਾ ਡਿਟੇਲ ਪਈ ਆ ਸਰਕਾਰ ਦੇ ਕੋਲ। ਤੇ ਇਹਦਾ ਮਤਲਬ ਉਹਨੂੰ ਖਰੀਦਣ ਲਈ ਪ੍ਰਬੰਧ ਵੀ ਜਿਹੜੇ ਆ ਉਸ ਲੈਵਲ ਦੇ ਹੋਣੇ ਚਾਹੀਦੇ ਸੀ, ਲੇਕਿਨ ਉਸ ਲੈਵਲ ਦੀ ਰਣਨੀਤੀ ਨਹੀਂ ਬਣ ਰਹੀ। ਇਹ ਕਰਫਿਊ ਜਾਂ ਲੋਕਡਾਊਨ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਰਣਨੀਤੀ ਨੂੰ ਇਸ ਤਰੀਕੇ ਨਾਲ ਬਣਾਉਂਦੇ ਕਿ ਆਪਾਂ ਉਸ ਹਰ ਕਿਸਾਨ ਦਾ ਜਿਹੜੀ ਫਸਲ ਆ ਉਹ ਮੰਡੀ ਤੱਕ ਪਹੁੰਚੇ ਔਰ ਮੌਸਮ ਖਰਾਬ ਹੋਣ ਤੋਂ ਪਹਿਲਾਂ ਪਹੁੰਚੇ। ਰਸ਼ ਘਟਾਉਣ ਦੇ ਹੋਰ ਤਰੀਕੇ ਹੋ ਸਕਦੇ ਆ, ਲੇਕਿਨ ਐ ਨਹੀਂ ਵੀ ਆਪਾਂ ਕਿਸਾਨ ਇੱਕ ਪਾਬੰਦੀ ਇੱਕ ਲਾਈਨ ਖਿੱਚ ਦਈਏ, ਇਦਾਂ ਨਹੀਂ। ਸੋ ਲਾਸਟ ਵਿੱਚ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਰੋਨਾ ਤੋਂ ਬਚਣ ਲਈ ਸਰਕਾਰ ਵੱਲੋਂ ਹਦਾਇਤਾਂ ਦੇ ਜੋ ਵੀ ਸਹੀ ਵੀ ਹੈ ਕਿਉਂਕਿ ਸਿਹਤ ਵਿਭਾਗ ਨੇ ਜੋ ਵੀ ਹਦਾਇਤਾਂ ਦਿੱਤੀਆਂ ਸੋ ਉਸੇ ਹਦਾਇਤਾਂ ਦੇ ਚੱਲ ਕੇ ਆਪਾਂ ਕਰੋਨਾ ਤੋਂ ਜਿੱਤ ਪਾ ਸਕਦੇ। ਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਬਈ ਸਟੇ ਹੋਮ ਸਟੇ ਸੇਫ, ਆਪਣੇ ਘਰਾਂ ਦੇ ਵਿੱਚ ਰਹੋ ਤੇ ਸੁਰੱਖਿਅਤ ਰਹੋ। ਇਹ ਤਾਂ ਇੱਕ ਆਪਾਂ ਨੂੰ ਸਾਰਿਆਂ ਨੂੰ ਗੱਲ ਲੜ ਬੰਨ ਲੈਣੀ ਚਾਹੀਦੀ ਆ ਕਿਉਂਕਿ ਇਹ ਤੋਂ ਬਿਨਾਂ ਸਾਡੇ ਕੋਲ ਇਸ ਵੇਲੇ ਕੋਈ ਰਸਤਾ ਨਹੀਂ ਹੈ ਬਚਣ ਦਾ। ਕਰੋਨਾ ਦੀ ਚੇਨ ਨੂੰ ਤੋੜਨਾ ਇਹ ਸਾਡਾ ਸਭ ਤੋਂ ਵੱਡਾ ਪਹਿਲਾ ਫਰਜ਼ ਬਣਦਾ ਕਿ ਆਪਾਂ ਕਰੋਨਾ ਦੀ ਚੇਨ ਨੂੰ ਤੋੜੀਏ। ਇਸ ਕਰਕੇ ਆਪਣੇ ਘਰਾਂ ਵਿੱਚ ਰਹਿਣ ਔਰ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ। ਕਰਫਿਊ ਨੂੰ ਮਜ਼ਾਕ ਨਾ ਸਮਝੋ। ਕਰਫਿਊ ਕੋਈ ਮਜ਼ਾਕ ਨਹੀਂ ਹੈ ਔਰ ਕਰੋਨਾ ਵੀ ਕੋਈ ਮਜ਼ਾਕ ਨਹੀਂ ਹੈ। ਬਹੁਤ ਸਾਰੇ ਮੈਂ ਦੇਖਿਆ ਆਪਣੇ ਨੌਜਵਾਨ ਮੁੰਡੇ ਕਈ ਮੈਂ ਪਿੰਡਾਂ ਵਿੱਚੋਂ ਕਈ ਜਗ੍ਹਾ ਅਸੀਂ ਪਹਿਲਾਂ ਲੰਗਰ ਲਗਾਉਂਦੇ, ਚਲੋ ਹੁਣ ਨਹੀਂ ਲੈ ਕੇ ਜਾ ਰਹੇ ਅਸੀਂ, ਹੁਣ ਆਪਾਂ ਆਪਣੇ ਪਿੰਡਾਂ ਦੇ ਵਿੱਚ ਮੈਂ ਸਾਰਿਆਂ ਨੂੰ ਮੈਸੇਜ ਲਗਾਇਆ ਵੀ ਆਪੋ ਆਪਣੇ ਪਿੰਡਾਂ ਨੂੰ ਸਾਂਭ ਲਓ। ਤਾਂ ਬਹੁਤ ਸਾਰੇ ਪਿੰਡਾਂ ਮੁਹੱਲਿਆਂ ਦੇ ਵਿੱਚ ਲੋਕ ਐਵੇਂ ਸੱਥਾਂ ਦੇ ਵਿੱਚ ਖੜੇ ਹੈਗੇ ਆ, ਮੁੰਡੇ ਨੌਜਵਾਨ ਐਵੇਂ ਕੋਈ ਤਾਸ਼ਾਂ ਖੇਡੀਆਂ। ਇਸ ਚੀਜ਼ ਦੇ ਉੱਤੋਂ ਪਰਹੇਜ਼ ਕਰੋ, ਮਜ਼ਾਕ ਨਾ ਸਮਝੋ ਕਰਫਿਊ ਨੂੰ, ਇਸ ਗੱਲ ਨੂੰ ਸੀਰੀਅਸ ਲਓ। ਜਿਨ੍ਹਾਂ ਦੇਸ਼ਾਂ ਦੇ ਵਿੱਚ ਅੱਜ ਕਰੋਨਾ ਜਿਹੜਾ ਫੈਲਿਆ, ਜਿਹੜੇ ਸਾਡੇ ਤੋਂ ਕਈ ਗੁਣਾ ਐਡਵਾਂਸ ਕੰਟਰੀਆਂ ਨੇ, ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਉਹਨਾਂ ਦੇ ਨਾਸੀਨ ਧੂੰਆਂ ਨਿਕਲ ਗਿਆ ਕਰੋਨਾ ਨੂੰ ਕੰਟਰੋਲ ਕਰਨ ਦੇ ਲਈ। ਅਮਰੀਕਾ ਵਰਗੀ ਕੰਟਰੀ ਜਿਹੜੀ ਆ ਉੱਥੇ ਪਰ ਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਨਿਕਲ ਰਹੇ ਆ। ਇਟਲੀ ਵਰਗੀ ਕੰਟਰੀ ਜਿਹੜੀ ਹੈਗੀ ਆ ਉਹਦਾ ਦੇਖ ਲਓ ਕੀ ਹਾਲ ਹੋ ਗਿਆ। ਇਸ ਕਰਕੇ ਆਪਾਂ ਇਸ ਗੱਲ ਨੂੰ ਮਜ਼ਾਕ ਨਾ ਸਮਝੀਏ। ਲੋਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਜਿਹੜਾ ਅਜੇ ਇਸ ਗੱਲ ਨੂੰ ਨਹੀਂ ਸਮਝ ਰਿਹਾ, ਮੇਰੀ ਉਹਨਾਂ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਵੀ ਕਰਫਿਊ ਨੂੰ ਤੁਸੀਂ ਜਿਹੜਾ ਹੈ ਮਜ਼ਾਕ ਨਾ ਸਮਝੋ, ਆਪਣੇ ਘਰਾਂ ਦੇ ਵਿੱਚ ਰਹੋ, ਕਰਫਿਊ ਦੇ ਰੂਲ ਨੂੰ ਤੋੜੋ ਨਾ। ਇਹ ਜਿੰਨੀ ਜਲਦੀ ਆਪਾਂ ਇਸ ਗੱਲ ਨੂੰ ਸਮਝ ਕੇ ਆਪਣੇ ਤੇ ਅਪਲਾਈ ਕਰ ਲਾਂਗੇ ਉਨੀ ਜਲਦੀ ਕਰੋਨਾ ਦੀ ਚੇਨ ਨੂੰ ਆਪਾਂ ਤੋੜ ਲਾਂਗੇ। ਔਰ ਦੂਜੀ ਬੇਨਤੀ ਸਰਕਾਰ ਨੂੰ ਵੀ ਆ ਬਈ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਤਿਆਰ ਨੇ, ਤੁਹਾਡੇ ਕਰਫਿਊ ਨੂੰ ਮੰਨਣ ਨੂੰ ਵੀ ਤਿਆਰ ਨੇ, ਲੇਕਿਨ ਲੋਕਾਂ ਦੀ ਜ਼ਰੂਰਤ ਦਾ ਖਿਆਲ ਤੁਸੀਂ ਰੱਖੋ। ਹੋ ਸਕਦਾ ਤੁਸੀਂ ਆਪਣੇ ਵੱਲੋਂ ਉਪਰਾਲਾ ਛੋਟਾ ਕੀਤਾ ਹੋਵੇ, ਲੇਕਿਨ ਉਸ ਛੋਟੇ ਉਪਰਾਲੇ ਨੂੰ ਵੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ, ਸਾਰੇ ਡੀਸੀ ਸਾਹਿਬਾਨ ਨੂੰ ਬੇਨਤੀ ਕਰਾਂਗਾ, ਸਾਰੇ ਐਸਡੀਐਮ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਪੜਚੋਲ ਕਰ ਲਓ। ਜੇ ਸੂਬੇ ਦੇ ਸੀਐਮ ਨੇ ਕੋਈ ਸਮਾਨ ਭੇਜ ਦਿੱਤਾ ਤਾਂ ਐ ਨਾ ਹੋਵੇ ਕਿ ਜਿਹੜੇ ਥੱਲੇ ਕਾਂਗਰਸ ਪਾਰਟੀ ਦੇ ਕੌਂਸਲਰ ਬੈਠੇ ਆ, ਸਰਪੰਚ ਬੈਠੇ ਆ ਜਾਂ ਕੋਈ ਲੀਡਰ ਬੈਠੇ ਆ, ਉਹ ਆਪਣੇ ਚਹੇਤਿਆਂ ਨੂੰ ਹੀ ਉਹ ਜਿਹੜਾ ਮਾੜਾ ਮੋਟਾ ਤਿਲ ਫੁੱਲ ਤੁਸੀਂ ਦਿੱਤਾ ਉਹ ਉਹਨਾਂ ਨੂੰ ਹੀ ਵਰਤਾਈ ਜਾਣ। ਉਹ ਘੱਟੋ ਘੱਟ ਜ਼ਰੂਰਤਮੰਦ ਦਾ ਇਸ ਮੌਕੇ 'ਤੇ ਖਿਆਲ ਰੱਖ ਲਓ। ਕੋਈ ਗੱਲ ਨਹੀਂ, ਇਹ ਸਮੇਂ ਆਉਂਦੇ ਜਾਂਦੇ ਰਹਿਣੇ ਆ। ਜੇ ਅੱਜ ਜ਼ਰੂਰਤਮੰਦ ਨੂੰ ਕੁਝ ਦੇ ਲਾਂਗੇ ਤਾਂ ਉਹ ਜ਼ਰੂਰਤਮੰਦ ਜਿਹੜਾ ਹੈਗਾ ਤੁਹਾਡੀ ਮੌਕੇ ਤੇ ਜ਼ਰੂਰਤ ਪੂਰੀ ਕਰ ਦੂਗਾ। ਜਦੋਂ ਕਿਤੇ ਜੇ ਤੁਸੀਂ ਜ਼ਰੂਰਤਮੰਦ ਨੂੰ ਅੱਜ ਨਜ਼ਰਅੰਦਾਜ਼ ਕਰਤਾ ਤੇ ਯਕੀਨਨ ਉਹ ਤੁਹਾਨੂੰ ਨਜ਼ਰਅੰਦਾਜ਼ ਕਰੂਗਾ। ਸੋ ਕਾਂਛੀ ਟੀਵੀ ਲਈ ਟਾਈਮ ਕੱਢਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੋ ਇਹ ਸਨ ਫਗਵਾੜਾ ਤੋਂ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਹੋਣੀ, ਜਿਨ੍ਹਾਂ ਨੇ ਕਰੋਨਾ ਦੇ ਚੱਲਦਿਆਂ ਸਰਕਾਰਾਂ ਦੀਆਂ ਹੁਣ ਤੱਕ ਦੀ ਜੋ ਕਾਰਗੁਜ਼ਾਰੀ ਹੈ ਉਸ ਉੱਤੇ ਆਪਣੀ ਵਿਵਾਕ ਰਾਏ ਰੱਖੀ। ਸੋ ਇਸ ਦੇ ਨਾਲ ਹੀ ਮੈਨੂੰ ਐਸਕੇ ਬੈਂਸ ਅਤੇ ਕੈਮਰਾਮੈਨ ਜੱਸਨ ਨੂੰ ਦਿਓ ਇਜਾਜ਼ਤ। ਧੰਨਵਾਦ।